ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ। ਸੋ ਕਰੰਟ ਅਫੇਅਰ ਆਪਾਂ ਸ਼ੁਰੂ ਕੀਤੇ ਹੋਏ ਸੀਗੇ। ਸੋ ਭਾਗ 1 ਦੇ ਵਿੱਚ ਆਪਾਂ ਨੇ ਸਤੰਬਰ ਮੰਥ ਦਾ ਇੱਕ ਪਾਰਟ ਆਲਰੇਡੀ ਆਪਾਂ ਕਵਰ ਕਰ ਚੁੱਕੇ ਹਾਂ। ਸੋ ਅੱਜ ਦਾ ਜਿਹੜਾ ਆਪਣਾ ਪਹਿਲਾ ਕੁਐਸਚਨ ਹੈ ਉਹ ਸ਼ੁਰੂ ਹੁੰਦਾ ਜੀ, ਡੈਮੋਕ੍ਰੇਟਿਕ ਆਜ਼ਾਦ ਪਾਰਟੀ ਬਣਾਈ ਹੈ ਗੁਲਾਮ ਨਬੀ ਆਜ਼ਾਦ ਸਾਹਿਬ ਨੇ। ਅਤੇ ਉਹ ਗੁਲਾਮ ਨਬੀ ਆਜ਼ਾਦ ਤੁਹਾਨੂੰ ਪਤਾ ਹੋਊਗਾ ਕਿ ਕਾਂਗਰਸ ਦੇ ਲੀਡਰ ਸੀਗੇ, ਲੀਡਰ ਆਫ ਓਪੋਜੀਸ਼ਨ ਵੀ ਰਹੇ ਨੇ ਇਹ, ਠੀਕ ਹੈ, ਰਾਜ ਸਭਾ ਦੇ ਵਿੱਚ। ਤਾਂ ਗੁਲਾਮ ਨਬੀ ਆਜ਼ਾਦ ਸਾਹਿਬ ਜਿਹੜੀ ਇਹਨਾਂ ਦੀ ਕੀ ਬੋਲਦੇ ਹੁੰਦੇ ਨੇ, ਇਹ ਇੱਕ ਉਹ ਆ ਨਾ ਹਾਈ ਕਮਾਂਡ, ਹਾਂ ਸ਼ਬਦ ਨਿਕਲ ਗਿਆ ਸੀ ਦਿਮਾਗ 'ਚੋਂ। ਕਾਂਗਰਸੀ ਅਕਸਰ ਇੱਕ ਸ਼ਬਦ ਇਸਤੇਮਾਲ ਕਰਦੇ ਨੇ ਹਾਈ ਕਮਾਂਡ। ਤਾਂ ਹਾਈ ਕਮਾਂਡ ਤੋਂ ਨਾਰਾਜ਼ ਹੋ ਗਏ ਅਤੇ ਨਾਰਾਜ਼ ਹੋ ਕੇ ਉਹਨਾਂ ਨੇ ਆਪਦੀ ਇੱਕ ਪਾਰਟੀ ਅਲੱਗ ਤੋਂ ਬਣਾ ਲਈ ਅਤੇ ਪਾਰਟੀ ਦਾ ਨਾਮ ਪੁੱਛਿਆ ਜਾ ਸਕਦਾ ਡੈਮੋਕ੍ਰੇਟਿਕ ਆਜ਼ਾਦ ਪਾਰਟੀ। ਜੰਮੂ ਕਸ਼ਮੀਰ ਦੇ ਸੀਗੇ ਤਾਂ ਜੰਮੂ ਕਸ਼ਮੀਰ 'ਚ ਹੀ ਬਣਾਈ ਹੈ, ਠੀਕ ਹੈ। ਤਾਂ ਇਹ ਤੁਸੀਂ ਫੈਕਟ ਯਾਦ ਰੱਖ ਲਿਓ ਕਿ ਕਿਹਨੇ ਬਣਾਈ ਹੈ। ਆਜ਼ਾਦ ਦਾ ਨਾਮ ਵਿੱਚ ਹੀ ਆ ਗਿਆ, ਤਾਂ ਆਜ਼ਾਦ ਹੀ ਉਹਨਾਂ ਦਾ ਨਾਮ ਸੀ। 1 ਵੀਕ 1 ਲੈਬ CSIR ਕੈਂਪੇਨ, 1 ਵੀਕ 1 ਲੈਬ। ਬੇਸਿਕਲੀ ਇਹਦਾ ਕੀ ਮੋਟਿਵ ਆ, ਇਹ ਅਨਾਊਂਸ ਕੀਤੀ ਹੈ ਸਾਡੇ ਸਾਇੰਸ ਅਤੇ ਟੈਕਨੋਲੋਜੀ ਵਾਲੇ ਮਿਨਿਸਟਰ ਨੇ। CSIR ਦਾ ਜ਼ਿਕਰ ਆਪਾਂ ਪਿਛਲੇ ਲੈਕਚਰ 'ਚ ਲਿਆ ਸੀ, ਹੈ ਨਾ, ਕਾਊਂਸਲ ਆਫ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ। ਸਾਇੰਸ ਅਤੇ ਇੰਡਸਟਰੀ ਦੇ ਫੀਲਡ ਦੇ ਵਿੱਚ ਰਿਸਰਚ ਨੂੰ ਲੈ ਕੇ ਬਹੁਤ ਉਮਦਾ ਇੰਸਟੀਟਿਊਟ ਹੈ। ਇਸ ਇੰਸਟੀਟਿਊਟ ਨੇ ਵੱਖਰੇ ਵੱਖਰੇ ਥਾਵਾਂ 'ਤੇ ਇਹਦੀਆਂ ਲੈਬਸ ਨੇ। ਸਾਡੇ ਚੰਡੀਗੜ੍ਹ 'ਚ ਵੀ ਇੱਕ ਲੈਬ ਹੈ ਇਹਨਾਂ ਦੀ, ਬੜੀ ਇੰਪੋਰਟੈਂਟ। ਲੈਬਸ ਦੇ ਵਿੱਚ ਇਹਨਾਂ ਦੀਆਂ ਕੀ ਉਪਲਬਧੀਆਂ ਨੇ, ਇਹਨਾਂ ਨੇ ਲੈਬਸ ਦੇ ਵਿੱਚ ਮਤਲਬ ਕਿਸੇ ਲੈਬ ਦੇ ਵਿੱਚ ਕਿਸੇ ਫੀਲਡ ਦੇ ਵਿੱਚ ਰਿਸਰਚ ਚੱਲ ਰਹੀ ਹੈ, ਕਿਸੇ ਦੂਜੀ ਲੈਬ 'ਚ ਦੂਜੇ ਫੀਲਡ ਦੀ ਰਿਸਰਚ ਚੱਲ ਰਹੀ ਹੈ, ਤਾਂ ਉਹ ਚੀਜ਼ਾਂ ਨੂੰ ਕੱਲੀ ਕੱਲੀ ਲੈਬ ਦੇ ਵਿੱਚ ਇੱਕ ਹਫ਼ਤੇ 'ਚ ਇੱਕ ਲੈਬ ਕਵਰ ਕੀਤੀ ਜਾਊਗੀ ਅਤੇ ਉਹਨਾਂ ਦੀਆਂ ਉਪਲਬਧੀਆਂ ਗਿਣਵਾਈਆਂ ਜਾਣਗੀਆਂ। ਇਹ ਕੈਂਪੇਨ ਹੈ ਬੇਸਿਕਲੀ, ਤਾਂ ਕਿ ਪਤਾ ਲੱਗੇ ਸਾਡੇ ਯੂਥ ਨੂੰ ਕਿ ਸਾਡੇ ਦੇਸ਼ 'ਚ ਕੀ ਕੀ ਰਿਸਰਚ ਚੱਲ ਰਹੀ ਹੈ ਅਤੇ ਉਹ ਵੀ ਇਹ ਤੋਂ ਸਿੱਖਿਆ ਲੈ ਸਕਣ। ਤਾਂ ਇਹ ਇਹਦਾ ਮੇਨ ਮੋਟਿਵ ਹੈ। 13ਵੀਂ ਫਿੱਕੀ ਦੀ ਜਿਹੜੀ ਗਲੋਬਲ ਸਕਿੱਲ ਸਮਿਟ ਹੈ ਉਹ ਨਵੀਂ ਦਿੱਲੀ 'ਚ ਹੋਈ ਹੈ। ਤੋ ਫਿੱਕੀ ਕਹਿ ਲਓ, ਫਿਕਸੀ ਕਹਿ ਲਓ, ਇਹ ਕੀ ਚੀਜ਼ ਹੈ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਬੇਸਿਕਲੀ ਜਿਹੜੀ ਇਹਦੀ ਫੁੱਲ ਫਾਰਮ ਆ, ਦੈਟ ਇਜ਼ ਇੰਪੋਰਟੈਂਟ, ਪੇਪਰ ਪੁੱਛ ਲੈਂਦਾ ਹੈ। ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਮਰਸ ਅਤੇ ਇੰਡਸਟਰੀ। ਭਾਰਤ ਦੇ ਜਿੰਨੇ ਕਾਰੋਬਾਰੀ ਘਰਾਣੇ ਸੀ ਨਾ, ਉਹਨਾਂ ਨੇ ਮਿਲ ਕੇ ਇੱਕ ਸੰਸਥਾ ਬਣਾਈ ਹੋਈ ਹੈ। ਇਹ ਬੇਸਿਕਲੀ ਇਹਨੂੰ ਬਣਾਉਣ ਵਾਲੇ ਸੀਗੇ GD ਬਿਰਲਾ ਸਾਹਿਬ, 1927 'ਚ ਸੈਟਅਪ ਕੀਤੀ ਸੀ। ਇਹ ਆਪਣੇ ਮਤਲਬ ਉਦਯੋਗ ਦੇ ਫੀਲਡ ਦੇ ਵਿੱਚ ਆਪਣੇ ਵਿਚਾਰਾਂ ਨੂੰ ਜਾਂ ਚਿੰਤਾਵਾਂ ਨੂੰ ਪ੍ਰਗਟ ਕਰਦੀ ਹੈ, ਆਪਣੀ ਬੋਡੀ ਸਰਕਾਰ ਦੇ ਮੂਹਰੇ ਰੱਖਦੀ ਹੈ, ਸਰਕਾਰ ਦੇ ਨਾਲ ਮਿਲ ਕੇ ਕੰਮ ਕਰਦੀ ਹੈ। ਇਹਦਾ ਹੈੱਡਕੁਆਟਰ ਜਿਹੜਾ ਹੈਗਾ ਉਹ ਨਵੀਂ ਦਿੱਲੀ 'ਚ ਹੈ। ਸਰਕਾਰੀ ਸੰਸਥਾ ਬਿਲਕੁਲ ਨਹੀਂ ਹੈਗੀ, ਪਹਿਲਾਂ ਹੀ ਮੈਂ ਕਹਿ ਤਾ ਕਿ ਪ੍ਰਾਈਵੇਟ ਫੀਲਡ ਵਾਲਿਆਂ ਦੀ ਸੰਸਥਾ ਇਹ, ਸਾਰਿਆਂ ਨੇ ਮਿਲ ਕੇ ਬਣਾਈ ਹੋਈ ਹੈ। ਜਿਹੜੀ ਇਹਨਾਂ ਨੇ ਸਮਿਤ ਕਰਾਈ ਹੈ ਦਿੱਲੀ 'ਚ, ਇਹਦਾ ਥੀਮ ਕੀ ਸੀਗਾ, ਇਹ ਸਾਡੇ ਲਈ ਇੰਪੋਰਟੈਂਟ ਹੋ ਸਕਦਾ। ਥੀਮ ਸੀਗਾ ਫਿੱਕੀ ਗਲੋਬਲ ਸਕਿੱਲ ਸਮਿਟ 2022 ਦਾ, ਐਜੂਕੇਸ਼ਨ ਟੂ ਐਮਪਲੋਏਬਿਲਟੀ ਮੇਕਿੰਗ ਇਟ ਹੈਪਨ। ਐਜੂਕੇਸ਼ਨ ਟੂ ਐਮਪਲੋਏਬਿਲਟੀ ਮੇਕਿੰਗ ਇਟ ਹੈਪਨ, ਇਹ ਇਹਦਾ ਥੀਮ ਸੀ। ਅੱਗੇ ਚੱਲਦੇ ਹਾਂ। ਇੰਡੀਆ ਅਤੇ ਮਾਲਦੀਵ ਨੇ ਸਾਈਨ ਕੀਤਾ ਇੱਕ MOU ਹਨੀ ਮਾਧੋ ਇੰਟਰਨੈਸ਼ਨਲ ਏਅਰਪੋਰਟ ਨੂੰ ਲੈ ਕੇ। ਸੋ ਹਨੀ ਮਾਧੋ ਇੰਟਰਨੈਸ਼ਨਲ ਏਅਰਪੋਰਟ ਕਿੱਥੇ ਮਿਲਦਾ ਹੈ, ਇਹ ਕੁਐਸਚਨ ਡਾਇਰੈਕਟ ਪੇਪਰ 'ਚ ਆ ਸਕਦਾ ਕਿਉਂਕਿ ਇਹ ਨਿਊਜ਼ 'ਚ ਆ ਗਿਆ। ਏਅਰਪੋਰਟ ਹੈ ਨਾ, ਹਵਾਈ ਅੱਡਾ, ਤਾਂ ਇਹ ਹਵਾਈ ਅੱਡਾ ਮਿਲਦਾ ਮਾਲਦੀਵ ਦੇ ਵਿੱਚ। ਮਾਲਦੀਵ ਦੇ ਨਾਲ ਸਾਡੇ ਚੰਗੇ ਨੇ ਸੰਬੰਧ, ਠੀਕ ਆ, ਸਰਕਾਰ ਸਾਡੀ ਹੈਲਪ ਕਰਦੀ ਰਹਿੰਦੀ ਹੈ ਉਹਨਾਂ ਦੀ। ਤਾਂ ਇਸ ਪ੍ਰੋਜੈਕਟ 'ਚ ਵੀ ਇਹੀ ਮੋਟਿਵ ਹੈ ਕਿ ਇਹਨਾਂ ਦੇ ਇਸ ਇੰਟਰਨੈਸ਼ਨਲ ਏਅਰਪੋਰਟ ਨੂੰ ਅਸੀਂ ਨੇ ਚੰਗਾ ਕਰਨਾ ਹੈ, ਮਤਲਬ ਤੁਸੀਂ ਕਹਿ ਲਓ ਕਿ ਉੱਥੇ ਉਹਦੀ ਡਿਵੈਲਪਮੈਂਟ ਕਰਨੀ ਹੈ। ਅਤੇ ਇਹਦੇ ਲਈ $136.6 ਮਿਲੀਅਨ ਭਾਰਤ ਸਰਕਾਰ ਖਰਚ ਕਰਨ ਜਾ ਰਹੀ ਹੈ। ਅਤੇ ਇਹ ਪੈਸਾ ਸਾਡੀ ਬੈਂਕ ਹੈ ਐਗਜ਼ਿਮ ਬੈਂਕ, ਐਕਸਪੋਰਟ ਇੰਪੋਰਟ ਬੈਂਕ ਆਫ ਇੰਡੀਆ। ਬਾਹਰਲੇ ਜਿੰਨੇ ਇਹੋ ਜਿਹੇ ਲੋਨ ਨੇ ਇਹ ਸਾਰੇ ਇਹੀ ਬੈਂਕ ਦਿੰਦੀ ਹੈ। ਤਾਂ ਇਹ ਬੈਂਕ ਪੈਸਾ ਰਿਲੀਜ਼ ਕਰੂਗੀ ਇਸ ਪ੍ਰੋਜੈਕਟ ਵਾਸਤੇ। ਤਾਂ ਹਨੀ ਮਾਧੋ ਇੰਟਰਨੈਸ਼ਨਲ ਏਅਰਪੋਰਟ ਯਾਦ ਰੱਖਣਾ ਆਪਾਂ ਨੇ ਕਿੱਥੇ ਹੈਗਾ, ਮਾਲਦੀਵਸ ਦੇ ਵਿੱਚ ਹੈ। ਸੈਂਟਰ ਨੇ 10,000 ਕਰੋੜ ਦਾ ਪਲਾਨ ਅਪਰੂਵ ਕੀਤਾ 3 ਮੇਜਰ ਰੇਲਵੇ ਸਟੇਸ਼ਨ ਦੇ ਪ੍ਰੋਜੈਕਟ ਨੂੰ ਯਾਨੀ ਕਿ ਮੋਡਰਨਾਈਜ਼ ਕਰਨ ਵਾਸਤੇ। ਮਤਲਬ 3 ਰੇਲਵੇ ਸਟੇਸ਼ਨ ਨੇਗੇ ਸਾਡੇ, ਉਹਨਾਂ ਨੂੰ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ ਡਿਵੈਲਪ ਕਰਨਾ ਹੈ। ਇਹਦੇ ਵਾਸਤੇ 10,000 ਕਰੋੜ ਰਿਲੀਜ਼ ਕੀਤਾ ਹੈ। ਸਵਾਲ ਇਹ ਬਣ ਜਾਂਦਾ ਕਿ ਕਿਹੜੇ 3 ਸਟੇਸ਼ਨ ਨੇ ਜਿਨ੍ਹਾਂ ਨੂੰ ਸਰਕਾਰ ਡਿਵੈਲਪ ਕਰਨ ਜਾ ਰਹੀ ਹੈ। ਇੱਕ ਨਵੀਂ ਦਿੱਲੀ ਦਾ, ਇੱਕ ਅਹਿਮਦਾਬਾਦ ਵਾਲਾ ਅਤੇ ਤੀਜਾ ਮੁੰਬਈ ਵਾਲਾ। ਆਹ 3 ਨੇ। ਤਾਂ ਆਹੀ ਸਾਡੇ ਲਈ ਕੰਮ ਦੀ ਚੀਜ਼ ਸੀ, ਬਸ ਇਹਨੂੰ ਯਾਦ ਰੱਖਿਓ।
ਪ੍ਰਾਈਮ ਮਿਨਿਸਟਰ ਮੋਦੀ ਨੇ ਨਵੀਂ ਤੇ ਅਪਗ੍ਰੇਡਡ ਵਰਜ਼ਨ ਬੰਦੇ ਭਾਰਤ ਐਕਸਪ੍ਰੈਸ ਦੀ ਮਤਲਬ ਉਹਨੂੰ ਝੰਡੀ ਦਿਖਾਈ ਹੈ ਹਰੀ। ਦੇਖੋ ਬੰਦੇ ਭਾਰਤ ਐਕਸਪ੍ਰੈਸ ਸਾਡੀ ਇੱਕ ਰੇਲ ਦਾ ਨਾਮ ਹੈ ਜਿਹੜੀ ਕਿ 160 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਭੱਜਦੀ ਹੈ। ਬੇਸਿਕਲੀ ਇਹ 30 ਸਤੰਬਰ ਨੂੰ ਮੋਦੀ ਜੀ ਨੇ, ਵੈਸੇ ਤਾਂ ਬੰਦੇ ਭਾਰਤ ਬਹੁਤ ਪਹਿਲਾਂ ਇਨੋਗਰੇਟ ਕਰਤੀ ਸੀ, ਪਰ ਹੁਣ ਇਹਦੇ ਵਿੱਚ ਨਵੀਆਂ ਟੈਕਨੋਲੋਜੀ ਨੂੰ ਵਿੱਚ ਲਿਆਂਦਾ ਗਿਆ, ਠੀਕ ਹੈ। ਕਾਫੀ ਚੇਂਜਸ ਕੀਤੀਆਂ ਗਈਆਂ ਨੇ, ਉਹ ਸਾਡੇ ਕੰਮ ਦੀਆਂ ਨਹੀਂ, ਕੀ ਚੇਂਜਸ ਕੀਤੀਆਂ ਨੇ ਅਸੀਂ ਉਹ ਤੋਂ ਕੀ ਲੈਣਾ, ਠੀਕ ਹੈ। ਬਸ ਇਹ ਜਿਹੜਾ ਹੈਗਾ, ਇਹ ਜਿਹੜੀ ਨਵੀਂ ਬੰਦੇ ਭਾਰਤ ਐਕਸਪ੍ਰੈਸ ਮੋਦੀ ਜੀ ਨੇ ਉਹ ਕਰੀ ਹੈ, ਇਨੋਗਰੇਟ ਕਰੀ ਹੈ, ਇਹ ਗਾਂਧੀ ਨਗਰ ਤੋਂ ਲੈ ਕੇ ਮੁੰਬਈ ਦੇ ਵਿੱਚ ਚੱਲੂਗੀ ਜਿਹੜੀ ਇਹ ਇਕੱਲੀ ਟ੍ਰੇਨ ਜਿਹਨੂੰ ਕੀਤਾ ਹੈ। ਪਰ ਇਹੋ ਜਿਹੀਆਂ 400 ਹੋਰ ਨਵੀਆਂ ਆਉਣ ਵਾਲੇ ਸਮੇਂ 'ਚ ਸਾਨੂੰ ਦੇਖਣ ਨੂੰ ਮਿਲਣਗੀਆਂ। 3 ਸਾਲਾਂ ਦੇ ਵਿੱਚ 400 ਬੰਦੇ ਭਾਰਤ ਟ੍ਰੇਨਾਂ ਸਾਨੂੰ ਸਾਡੇ ਟਰੈਕਸ 'ਤੇ ਭੱਜੀਆਂ ਮਿਲਣਗੀਆਂ। ਇਹ ਇਹਦਾ ਮੋਟਿਵ ਹੈ। ਅੱਗੇ ਆ ਜਾਓ। 36ਵੀਂ ਨੈਸ਼ਨਲ ਗੇਮਸ ਨੇ ਜਿਹੜੀਆਂ ਉਹ ਅਹਿਮਦਾਬਾਦ ਦੇ ਵਿੱਚ ਹੋ ਰਹੀਆਂ ਨੇ। ਇੰਪੋਰਟੈਂਟ ਹੈ, ਕੁਐਸਚਨ ਇਹ ਪੁੱਛ ਲੈਂਦੇ ਨੇ ਕਿ ਜਿਹੜੀਆਂ 2000 ਇਹ ਵਾਲੀਆਂ ਸਾਡੀਆਂ ਹੋਣ ਵਾਲੀਆਂ ਨੈਸ਼ਨਲ ਗੇਮਸ ਨੇ ਉਹ ਕਿੱਥੇ ਕੰਡਕਟ ਹੋ ਰਹੀਆਂ ਨੇ। ਤਾਂ 36ਵੀਆਂ ਸੀਗੀਆਂ, ਇੱਕ ਤਾਂ ਕਾਊਂਟ ਯਾਦ ਰੱਖਿਓ, ਤੇ ਦੂਜੀਆਂ ਹੋ ਰਹੀਆਂ ਨੇ ਗੁਜਰਾਤ ਦੇ ਅਹਿਮਦਾਬਾਦ ਦੇ ਵਿੱਚ, ਇਹ ਯਾਦ ਰੱਖਿਓ। ਤੇ 6 ਸ਼ਹਿਰ ਨੇ ਬੇਸਿਕਲੀ ਗੁਜਰਾਤ 'ਚ ਹੀ ਨੇ ਇਨੋਗਰੇਟ, ਕਿਉਂਕਿ ਸ਼ੁਰੂਆਤ ਅਹਿਮਦਾਬਾਦ ਤੋਂ ਹੋਈ ਹੋਣੀ ਹੈ, ਤਾਂ ਕਰਕੇ ਅਹਿਮਦਾਬਾਦ 'ਚ ਇਨੋਗਰੇਸ਼ਨ ਹੋ ਗਈ, ਮਤਲਬ ਉੱਥੇ ਉਦਘਾਟਨ ਕਰ ਦਿੱਤਾ ਗਿਆ। ਪਰ 6 ਸ਼ਹਿਰਾਂ ਦੇ ਵਿੱਚ ਹੋਣਗੀਆਂ, ਅਹਿਮਦਾਬਾਦ, ਗਾਂਧੀ ਨਗਰ, ਸੂਰਤ, ਵਡੋਦਰਾ, ਰਾਜਕੋਟ ਤੇ ਭਾਵਨਗਰ। ਇਹ ਸਾਰੀ ਗੁਜਰਾਤ ਦੇ ਸ਼ਹਿਰ ਨੇ, ਤਾਂ ਗੁਜਰਾਤ 'ਚ ਹੋਣੀਆਂ ਬੇਸਿਕਲੀ, ਸਟੇਟ ਯਾਦ ਰੱਖ ਸਕਦੇ ਆ। ਪਾਪੂਲਰ ਫਰੰਟ ਆਫ ਇੰਡੀਆ ਇੱਕ ਸੰਸਥਾ ਦਾ ਨਾਮ ਹੈ। ਇੰਡੀਅਨ ਮੁਸਲਿਮ ਪੋਲੀਟੀਕਲ ਆਰਗੇਨਾਈਜੇਸ਼ਨ ਹੈ ਇਹ ਸੰਸਥਾ ਹੈ, ਮਤਲਬ ਤੁਸੀਂ ਕਹਿ ਸਕਦੇ ਹੋ ਕਿ ਪੋਲੀਟੀਕਲ ਆਰਗੇਨਾਈਜੇਸ਼ਨ ਹੈ, ਤੇ ਇਹਨੂੰ ਸਰਕਾਰ ਨੇ ਬੈਨ ਕਰਤਾ। ਬੈਨ ਕਾਰਨ ਇੱਕੋ ਹੀ ਹੁੰਦਾ, ਦੇਖੋ ਬੜਾ ਸਿੰਪਲ ਜਾ ਕਿ ਇਹਦੀਆਂ ਕੁਝ ਐਕਟੀਵਿਟੀਆਂ ਇਹੋ ਜਿਹੀਆਂ ਪਾਈਆਂ ਗਈਆਂ ਜਿਹੜੀਆਂ ਕਿ ਆਤੰਕਵਾਦ ਨਾਲ ਮਿਲਦੀਆਂ ਜੁਲਦੀਆਂ ਸੀ, ਇਹ ਸਰਕਾਰ ਦਾ ਕਹਿਣਾ ਹੈ। ਤਾਂ ਤੁਸੀਂ ਸਿਰਫ ਇਹ ਯਾਦ ਰੱਖਣਾ, ਇਹ ਪੇਪਰ 'ਚ ਐਂ ਬਣੂਗਾ ਕਿ ਰੀਸੈਂਟਲੀ ਭਾਰਤ ਸਰਕਾਰ ਨੇ ਇਹ ਤਰਜੀਹ ਦਿੰਦੇ ਹੋਏ ਕਿ ਇਹ ਆਤੰਕਵਾਦ ਦੀਆਂ ਐਕਟੀਵਿਟੀਆਂ ਇਹਦੇ ਵਿੱਚੋਂ ਇੰਸਪੈਕਸ਼ਨ ਕਰਨ ਤੇ ਪਾਈਆਂ ਗਈਆਂ ਨੇ। ਕਿਹੜੀ ਸੰਸਥਾ ਜਿਹਨੂੰ ਬੈਨ ਕੀਤਾ, ਤਾਂ ਸੰਸਥਾ ਦਾ ਨਾਮ ਹੈਗਾ ਪਾਪੂਲਰ ਫਰੰਟ ਆਫ ਇੰਡੀਆ। ਤੇ ਇੰਡੀਅਨ ਮੁਸਲਿਮਸ ਦੀ ਇਹ ਪੋਲੀਟੀਕਲ ਆਰਗੇਨਾਈਜੇਸ਼ਨ ਹੈ, ਤਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਲਿਓ। ਤੇ ਇਹ ਜਿਹੜੀ ਹੈਗੀ ਹੈ ਬੇਸਿਕਲੀ ਇਹ ਫਰੰਟ ਆਫ ਇੰਡੀਆ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਇਹ ਇਹਦੇ ਵਿੱਚ ਕੇਰਲਾ ਦੇ ਵਿੱਚ ਹੈ, ਬੇਸਿਕਲੀ ਕੇਰਲਾ ਦੀ ਇਹ ਇੱਕ ਸੰਸਥਾ ਹੈਗੀ, ਠੀਕ ਹੈ। ਤਾਂ ਇਹ ਸਟੇਟ ਵੀ ਤੁਸੀਂ ਧਿਆਨ 'ਚ ਰੱਖ ਸਕਦੇ ਹੋ। ਪ੍ਰਾਈਮ ਮਿਨਿਸਟਰ PMGKA ਬਾਈ ਰੀਸੈਂਟਲੀ ਐਕਸਟੈਂਡਡ ਟਿਲ 2000। ਇਹ ਹੈ ਕੀ ਹੈ, ਪਹਿਲਾਂ ਤਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਕੁਛ ਨਹੀਂ ਸੀ ਯਾਰ, ਜਿਹੜਾ ਉਹ ਆਟਾ ਦਾਲ ਸਕੀਮ ਆਪਣੀ ਚੱਲਦੀ ਹੈ ਪੰਜਾਬ ਦੀ ਹੈ, ਠੀਕ ਹੈ। ਐਵੇਂ ਸੈਂਟਰ ਲੈਵਲ ਤੇ ਵੀ ਅੰਤੋਦਿਆ ਯੋਜਨਾ, ਕਿੰਨੀਆਂ ਯੋਜਨਾਵਾਂ ਚੱਲਦੀਆਂ ਨੇ ਜਿਹ 'ਚ ਫ੍ਰੀ 35 ਕਿਲੋ 40 ਕਿਲੋ ਐਵੇਂ ਰਾਸ਼ਨ ਦਿੱਤਾ ਜਾਂਦਾ। ਜਦੋਂ ਕਰੋਨਾ ਕਾਲ ਆਇਆ ਸੀ, ਪਹਿਲਾਂ ਤਾਂ ਇਹ ਰਾਸ਼ਨ ਸਿਰਫ BPL ਕਾਰਡ ਵਾਲਿਆਂ ਨੂੰ ਦਿੱਤਾ ਜਾਂਦਾ ਸੀ, ਉਦੋਂ ਸਰਕਾਰ ਨੇ ਇਹ ਸਾਰੇ ਹੀ ਜਿਹੜਾ ਗਰੀਬ ਵਰਗ ਹੈਗਾ ਆਪਣਾ ਉਹ ਸਾਰਿਆਂ ਨੂੰ ਹੀ ਵੰਡਤਾ ਸੀ ਵੀ ਸਭ ਨੂੰ ਦੇ ਦਿਓ, ਕਿਉਂਕਿ ਕੰਮ ਰੁਕ ਗਏ ਹੀ ਸੀਗੇ ਸਾਰੇ। ਤਾਂ ਇਸ ਸਕੀਮ ਦਾ ਨਾਮ ਰੱਖਿਆ ਗਿਆ ਸੀਗਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਅੰਨਾ ਯੋਜਨਾ, ਠੀਕ ਹੈ। ਤਾਂ ਇਹ ਯੋਜਨਾ ਹੁਣ ਦਸੰਬਰ ਤੱਕ ਐਕਸਟੈਂਡ ਕਰਤੀ, ਮਤਲਬ ਹੋਰ ਅੱਗੇ ਵਧਾ ਦਿੱਤੀ ਗਈ ਸੀ। ਤਾਂ ਨਿਊਜ਼ 'ਚ ਸੀ, ਤੁਹਾਨੂੰ ਪੁੱਛ ਸਕਦੇ ਆ ਕਿ ਕਿਹਦੇ ਰਿਲੇਟਡ ਨਿਊਜ਼ ਆ ਇਹ, ਨਿਊਜ਼ ਜਾਂ ਕਹ ਲਓ ਸਕੀਮ ਕਿਹਦੇ ਨਾਲ ਰਿਲੇਟਡ ਆ। ਤਾਂ ਇਸ ਚੀਜ਼ ਦੇ ਨਾਲ ਰਿਲੇਟਡ ਸਕੀਮ ਹੈ ਜਿਹਦੇ ਵਿੱਚ ਫ੍ਰੀ ਫੂਡ ਗ੍ਰੇਨ ਪ੍ਰੋਵਾਈਡ ਕੀਤੇ ਜਾਂਦੇ ਨੇ BPL ਵਾਲਿਆਂ ਨੂੰ, ਹੋਰ 3 ਮਹੀਨਿਆਂ ਵਾਸਤੇ ਅੱਗੇ ਇਹ ਦੇ ਦਿੱਤੇ ਜਾਣਗੇ। ਅੱਗੇ ਆ ਜਾਓ। ਫੋਰਨ ਟ੍ਰੇਡ ਪਾਲਿਸੀ 2015 ਤੋਂ ਵੀ ਐਕਸਟੈਂਡ ਕਰਤੀ। ਹੁਣ ਮਤਲਬ ਸਾਡੀ ਵਿਦੇਸ਼ੀ ਵਪਾਰ ਨੀਤੀ 2015 ਦੇ ਵਿੱਚ ਬਣਾਈ ਸੀ ਸਰਕਾਰ ਨੇ, ਠੀਕ ਹੈ। ਇਹ ਨੀਤੀ ਨੂੰ ਸੁਧਾਰ ਇਹ 'ਚ ਕਰਦੇ ਰਹਿੰਦੀ ਹੈ ਸਰਕਾਰ ਅਕਸਰ, ਕਿ ਜੇ ਨੀਤੀ ਉਹਨਾਂ ਨੂੰ ਲੱਗੇ ਕਿ ਹੁਣ ਦੇ ਸਮੇਂ ਨਾਲ ਇਹ ਕਾਰਗਰ ਨਹੀਂ ਤਾਂ ਨਵੀਂ ਪਾਲਿਸੀ ਲੈ ਕੇ ਆ ਜਾਂਦੀ ਹੈ। ਪਰ ਜਿਹੜੀ ਇਹਨਾਂ ਨੇ 2015 'ਚ ਬਣਾਈ ਸੀ ਉਹਨੂੰ ਅੱਗੇ ਐਕਸਟੈਂਡ ਕਰਤਾ ਹੁਣ ਇਹਨਾਂ ਨੇ ਵੀ ਹਾਲੇ ਉਹੀ ਠੀਕ ਹੈ। ਤਾਂ ਪੇਪਰ 'ਚ ਕੁਐਸਚਨ ਬਣ ਸਕਦਾ ਕਿ ਫੋਰਨ ਟ੍ਰੇਡ ਪਾਲਿਸੀ ਸਾਡੀ ਕਿਹੜੇ ਸਾਲ ਦੇ ਵਿੱਚ ਸਥਾਪਨਾ 'ਚ ਆਈ ਸੀ ਜਾਂ ਕਦੋਂ ਸਰਕਾਰ ਨੇ ਬਣਾਈ ਸੀ, ਤਾਂ 2015 ਦੇ ਵਿੱਚ ਬਣਾਈ ਸੀ। ਇਸ ਚੀਜ਼ ਨੂੰ ਆਪਾਂ ਧਿਆਨ 'ਚ ਰੱਖ ਸਕਦੇ ਹਾਂ। ਕਲੀਨ ਇੰਡੀਆ 2.0 ਦੇਖੋ, ਜਿਹੜਾ ਸਾਡਾ ਯੂਥ ਅਫੇਅਰ ਤੇ ਸਪੋਰਟਸ ਮਿਨਿਸਟਰੀ ਹੈਗੀ ਆ ਨਾ, ਖੇਡ ਮੰਤਰਾਲੇ ਤੇ ਯੁਵਾ ਮਾਮਲੇ ਵਾਲਾ ਮੰਤਰਾਲਾ, ਇਹਨਾਂ ਨੇ ਲਾਂਚ ਕੀਤਾ ਹੈ, ਠੀਕ ਹੈ, 1 ਮਹੀਨੇ ਦਾ ਲੰਬਾ ਨੇਸ਼ਨ ਵਾਈਡ ਕਲੀਨ ਇੰਡੀਆ ਇੱਕ ਇਨੀਸ਼ੀਏਟਿਵ ਕਹਿ ਲਓ ਕਿ ਕਲੀਨ ਇੰਡੀਆ ਨੂੰ ਲੈ ਕੇ ਮੋਟਿਵ ਕੀ ਰਹੂਗਾ, ਹੈ ਨਾ। ਮੋਟੀ ਗੱਲ ਤਾਂ ਇਹੀ ਆਉਂਦੀ ਹੈ ਨਾ, ਮੋਟਿਵ ਰਹੂਗਾ ਜਿੰਨਾ ਵੀ ਵੇਸਟ ਮਟੀਰੀਅਲ ਆ, ਖਾਸ ਕਰਕੇ ਸਿੰਗਲ ਯੂਜ਼ ਪਲਾਸਟਿਕ, ਜਿਹਨੂੰ ਅਸੀਂ ਇੱਕ ਵਾਰ ਯੂਜ਼ ਕਰਕੇ ਦੁਬਾਰਾ ਵਰਤ ਨਹੀਂ ਸਕਦੇ, ਐਵੇਂ ਸਿੱਟ ਦਿੰਦੇ ਹਾਂ ਪਲਾਸਟਿਕ ਨੂੰ,
ਉਹ ਪਲਾਸਟਿਕ ਨੂੰ ਇਕੱਠਾ ਕਰਨਾ ਤੇ ਲੋਕਾਂ ਦੇ ਵਿੱਚ ਅਵੇਅਰਨੈਸ ਫੈਲਾਉਣੀ, ਉਹਨਾਂ ਨੂੰ ਜਾਗਰੂਕ ਕਰਨਾ ਵੀ ਯਾਰ ਇਹੋ ਜਿਹੇ ਕੰਮ ਨਾ ਕਰੋ, ਠੀਕ ਹੈ, ਇਹਨੂੰ ਡਸਟਬਿਨ 'ਚ ਪਾ ਲਓ ਜਾਂ ਫਿਰ ਇਸਤੇਮਾਲ ਹੀ ਨਾ ਕਰੋ ਇਹੋ ਜਿਹੇ, ਜਿਵੇਂ ਲਿਫਾਫਿਆਂ ਦੀ ਗੱਲ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਬੰਦ ਕਰੋ, ਠੀਕ ਹੈ, ਤੁਸੀਂ ਜੂਟ ਜਾਂ ਇਹੋ ਜਿਹੇ ਪਟਸਨ ਵਾਲੀਆਂ ਚੀਜ਼ਾਂ ਬਣੀਆਂ ਹੋਈਆਂ ਉਹਨਾਂ ਦਾ ਇਸਤੇਮਾਲ ਕਰੋ, ਘਰੋਂ ਕੱਪੜੇ ਦੇ ਬਣੇ ਝੋਲੇ ਲੈ ਜਾ ਕਰੋ, ਮੰਡੀ ਦੇ ਵਿੱਚ ਸਬਜ਼ੀ ਲੈਣ ਜਾਂਦੇ ਹੋ ਲਿਫਾਫੇ ਕਾਹਨੂੰ ਲੈਂਦੇ ਹੋ, ਆਹ ਸਾਰੀਆਂ ਚੀਜ਼ਾਂ। ਤਾਂ ਇਹ ਕਲੀਨ 2.0 ਸਵਾਲ ਇਹ ਬਣਦਾ ਕਿ ਕਲੀਨ 2.0 ਇਨੀਸ਼ੀਏਟਿਵ ਕਿਹਦਾ ਹੈ? ਇਨੀਸ਼ੀਏਟਿਵ ਆ ਮਿਨਿਸਟਰੀ ਆਫ ਯੂਥ ਅਫੇਅਰਸ ਤੇ ਸਪੋਰਟਸ ਦਾ। ਸੋ ਅੱਗੇ ਚੱਲਦੇ ਹਾਂ, ਅਗਲਾ ਜਿਹੜਾ ਸਾਡੇ ਕੋਲੇ ਟੌਪਿਕ ਇਹਦੇ ਵਿੱਚ ਕਰੰਟ ਅਫੇਅਰ ਦੇ ਵਿੱਚ ਬਣਦਾ ਹੈ ਉਹ ਕੀ ਹੈ? ਉਹ ਹੈਗਾ ਬੈਂਕਿੰਗ ਤੇ ਇਕੋਨਮੀ ਨੂੰ ਲੈ ਕੇ ਹੁਣ ਕੁਝ ਚੀਜ਼ਾਂ ਆਪਾਂ ਕਵਰ ਕਰਾਂਗੇ ਇਸ ਪਾਰਟ ਦੇ ਵਿੱਚ। ਤਾਂ ਇਸ ਪਾਰਟ ਦੇ ਵਿੱਚ ਆਪਣੇ ਕੋਲੇ ਕੀ ਹੈ ਕਿ ਇੰਡੀਆ ਜਿਹੜਾ ਹੈਗਾ ਉਹਨੇ ਸਰਪਾਸ ਕਰਤਾ UK ਨੂੰ ਟੂ ਬਿਕਮ ਵਰਲਡ 5th ਬਿਗੇਸਟ ਇਕੋਨਮੀ। ਸਾਰੇ ਇਕੋਨਮੀ ਦੇ ਕਰੰਟ ਅਫੇਅਰ ਆਉਣਗੇ। ਇਹ ਜ਼ਿਆਦਾਤਰ ਬੱਚੇ ਇਹ ਤੋਂ ਥੋੜ੍ਹੇ ਜਿਹੇ ਤੰਗ ਰਹਿੰਦੇ ਨੇ। ਤੰਗ ਰਹਿਣ ਦਾ ਕਾਰਨ ਇੱਕ ਹੈ ਕਿ ਥੋੜ੍ਹੀਆਂ ਜਿਹੀਆਂ ਔਖੀਆਂ ਹੁੰਦੀਆਂ ਨੇ ਟਰਮਸ। ਤਾਂ ਇਹਦੀ ਕਰੰਟ ਅਫੇਅਰ ਦੇ ਨਾਲ ਨਾਲ ਟਰਮੀਨੋਲੋਜੀ ਨੂੰ ਵੀ ਸਮਝਾਂਗੇ ਆਪਾਂ ਵੀ ਜਿਹੜੀਆਂ ਇਹਦੇ 'ਚ ਸ਼ਬਦ ਕੁਛ ਇਹੋ ਜਿਹੀਆਂ ਟਰਮਸ ਯੂਜ਼ ਹੋਣਗੀਆਂ ਉਹਨਾਂ ਨੂੰ ਡਿਟੇਲ ਦੇ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਆ ਜਾਓ, ਇੰਡੀਆ UK ਨੂੰ ਸਰਪਾਸ ਕਰ ਗਿਆ ਤੇ ਵਰਲਡ ਦਾ 5ਵੀਂ ਬਿਗੇਸਟ ਇਕੋਨਮੀ ਬਣ ਗਈ। ਦੇਖੋ ਇਹ ਰੀਸੈਂਟ ਦੇ ਵਿੱਚ ਹੋਇਆ, IMF ਨੇ ਫੋਰਕਾਸਟ ਕੀਤਾ। IMF ਇੱਕ ਸੰਸਥਾ ਜਿਹਨੂੰ ਅਸੀਂ ਅੰਤਰਰਾਸ਼ਟਰੀ ਮੁਦਰਾ ਕੋਸ਼ ਕਹਿ ਦਿੰਦੇ ਹਾਂ ਜਾਂ ਇੰਟਰਨੈਸ਼ਨਲ ਮੋਨਿਟਰੀ ਫੰਡ ਅੰਗਰੇਜ਼ੀ 'ਚ ਕਹਿ ਦਿੱਤਾ ਜਾਂਦਾ। ਬ੍ਰੈਟਨ ਵੁਡਸ ਦੀਆਂ ਦੋ ਸੰਸਥਾਵਾਂ ਮਸ਼ਹੂਰ ਨੇ। ਬ੍ਰੈਟਨ ਵੁਡਸ ਇੱਕ ਜਗ੍ਹਾ ਦਾ ਨਾਮ ਹੈ ਜਿੱਥੇ ਬੈਠ ਕੇ ਸਮਝੌਤਾ ਹੁੰਦਾ ਹੈ ਤੇ ਉਸ ਸਮਝੌਤੇ ਦੇ ਤਹਿਤ ਦੋ ਸੰਸਥਾਵਾਂ ਬੇਸਿਕਲੀ ਬਣਦੀਆਂ ਨੇ। ਉਹ ਇੱਕ ਵਰਲਡ ਬੈਂਕ ਸੀ, ਇੱਕ IMF ਸੀ। ਤਾਂ ਇਹਨਾਂ ਦੋਨਾਂ ਨੂੰ ਪੇਪਰ ਕਈ ਵਾਰ ਐਵੇਂ ਪੁੱਛ ਲੈਂਦਾ ਕਿ ਬ੍ਰੈਟਨ ਵੁਡ ਸਿਸਟਰਸ ਦੇ ਨਾਮ ਨਾਲ ਕਿਹੜੀਆਂ ਮਸ਼ਹੂਰ ਨੇ। ਤਾਂ ਬ੍ਰੈਟਨ ਵੁਡ ਸਿਸਟਰਸ ਦੇ ਨਾਮ ਨਾਲ ਇਹ ਦੋਨੋਂ ਹੀ ਸੰਸਥਾਵਾਂ ਸਾਡੇ ਕੋਲੇ ਫੇਮਸ ਨੇ, ਰਾਈਟ, ਬ੍ਰੈਟਨ ਵੁਡ ਸਿਸਟਰਸ। ਤਾਂ IMF ਨੇ ਇਹ ਫੋਰਕਾਸਟ ਕੀਤਾ, ਭਵਿੱਖਬਾਣੀ ਕੀਤੀ ਹੈ ਕਿ ਇਸ ਐਨੂਅਲ ਈਅਰ ਦੇ ਰਹਿੰਦੇ ਇੰਡੀਆ ਓਵਰਟੇਕ ਕਰ ਜੂਗਾ ਕਿਹਨੂੰ? UK ਨੂੰ। ਭਾਰਤ ਦਾ ਇਸ ਟਾਈਮ ਨੰਬਰ 6ਵਾਂ ਜੇ ਆਪਾਂ ਇਕੋਨਮੀ 'ਚ ਦੇਖੀਏ, ਮਤਲਬ GDP 'ਚ ਦੇਖੀਏ ਕਿ ਸਾਡੇ ਦੇਸ਼ ਦੀ ਕੁੱਲ ਸੰਪਤੀ ਲਾਈਏ ਅਸੀਂ ਵੀ ਕਿੰਨੀ ਹੈ, 6ਵਾਂ ਨੰਬਰ ਬਣਦਾ ਹੈ। ਪਰ ਇਸ ਸਾਲ ਦੇ ਐਂਡ ਤੱਕ IMF ਦਾ ਮੰਨਣਾ ਹੈ ਕਿ UK ਨੂੰ ਅਸੀਂ ਕੱਟ ਕੇ 5ਵੇਂ ਨੰਬਰ ਤੇ ਆ ਜਾਵਾਂਗੇ। ਠੀਕ ਆ, ਇੱਕ ਤਾਂ ਗੱਲ ਆ ਹੋ ਗਈ। ਫਿਰ ਸਾਡੇ ਤੋਂ 4 ਦੇਸ਼ ਹੋਰ ਅੱਗੇ ਆਉਣਗੇ। ਉਹ ਕਿਹੜੇ ਕਿਹੜੇ ਨੇ? USA ਪਹਿਲੇ ਨੰਬਰ ਤੇ ਹੈ, ਚੀਨ ਦੂਜੇ ਨੰਬਰ ਤੇ ਆ, ਜਾਪਾਨ ਤੀਜੇ ਨੰਬਰ ਤੇ ਆ ਤੇ ਜਰਮਨੀ ਚੌਥੇ ਨੰਬਰ ਤੇ ਆ। ਠੀਕ ਹੈ, ਤਾਂ 5ਵੇਂ ਤੇ ਕਹਿੰਦਾ ਭਾਰਤ ਆ ਜਾਊਗਾ, ਠੀਕ ਹੈ, ਤੇ 6ਵੇਂ ਦੇ ਉੱਤੇ UK ਚਲਾ ਜਾਊਗਾ। ਤਾਂ ਇਹ ਭਵਿੱਖਬਾਣੀ ਹੈ ਇਹਨਾਂ ਦੀ, ਰਾਈਟ, ਇਹਨੂੰ ਸਮਝ ਸਕਦੇ ਹੋ ਗੱਲ ਨੂੰ। ਅੱਗੇ ਆ ਜਾਓ, RBI ਨੇ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਹੈ ਡਿਜੀਟਾਈਜ਼ ਕਰਨ ਵਾਸਤੇ ਕਿਸਾਨ ਕ੍ਰੈਡਿਟ ਕਾਰਡ ਨੂੰ। RBI ਸਾਰੇ ਸਮਝਦੇ ਹੋ, ਰਿਜ਼ਰਵ ਬੈਂਕ ਆਫ ਇੰਡੀਆ, ਬੈਂਕਾਂ ਦਾ ਬੈਂਕ। ਜਿੰਨੀ ਸਾਡੇ ਦੇਸ਼ ਦੇ ਵਿੱਚ ਬੈਂਕ ਨੇ ਸਾਰਿਆਂ ਨੂੰ ਰੈਗੂਲਰਾਈਜ਼ ਕਰਦਾ ਜਾਂ ਸਾਰਿਆਂ ਦੇ ਉੱਤੇ ਧਿਆਨ ਰੱਖਦਾ ਵੀ ਗੜਬੜਾਂ ਤਾਂ ਨਹੀਂ ਕਰਦੇ RBI, ਰਿਜ਼ਰਵ ਬੈਂਕ ਆਫ ਇੰਡੀਆ। ਸਰਕਾਰ ਦੀ ਵੀ ਪੈਸੇ ਨੂੰ ਸੰਭਾਲ ਕੇ ਰੱਖਦਾ ਰਿਜ਼ਰਵ ਬੈਂਕ ਆਫ ਇੰਡੀਆ। ਬਹੁਤ ਸਾਰੇ ਕਰੰਸੀ ਵੀ ਸਾਨੂੰ ਛਾਪ ਕੇ ਦਿੰਦਾ ਰਿਜ਼ਰਵ ਬੈਂਕ ਆਫ ਇੰਡੀਆ। ਕਿੰਨੇ ਕੰਮ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੇ। ਇਹਨੇ ਇੱਕ ਪਾਇਲਟ ਪ੍ਰੋਜੈਕਟ ਚਲਾਇਆ। ਪਾਇਲਟ ਪ੍ਰੋਜੈਕਟ ਦਾ ਮਤਲਬ ਹੁੰਦਾ ਕਿ ਐਕਸਪੈਰੀਮੈਂਟ ਕਰਕੇ ਦੇਖਣਾ ਵੀ ਜੇ ਇਹ ਸਹੀ ਰਿਹਾ ਐਕਸਪੈਰੀਮੈਂਟ ਫਿਰ ਬਾਕੀ ਦੇਸ਼ ਦੇ ਵਿੱਚ ਲਾਗੂ ਕਰ ਦਾਂਗੇ, ਨਹੀਂ ਤਾਂ ਰਹਿਣ ਦੇਵਾਂਗੇ। ਤਾਂ ਪਾਇਲਟ ਪ੍ਰੋਜੈਕਟ ਚਲਾਇਆ ਕਿ ਐਂਡ ਟੂ ਐਂਡ ਡਿਜੀਟਾਈਜੇਸ਼ਨ ਆਫ ਕਿਸਾਨ ਕ੍ਰੈਡਿਟ ਕਾਰਡ ਲੈਂਡਿੰਗ ਕਿਵੇਂ ਕਰੀ ਜਾਵੇ। ਮਤਲਬ ਕਿ ਕਿਸਾਨ ਕ੍ਰੈਡਿਟ ਕਾਰਡ ਇੱਕ ਸਕੀਮ ਲਿਆਂਦੀ ਸੀ ਸਰਕਾਰ ਨੇ, ਕਿਸਾਨਾਂ ਨੂੰ ਕ੍ਰੈਡਿਟ ਕਾਰਡ ਦਿੱਤੇ ਤਾਂ ਕਿ ਉਹ ਜਿਵੇਂ ਆਪਾਂ ਕਹਿ ਲਈਏ ਕਿ ਫਰਟੀਲਾਈਜ਼ਰ ਇਹੋ ਜਿਹਾ ਕੁਛ ਆਪਾਂ ਚੱਕਦੇ ਹਾਂ ਤਾਂ ਉਹਦੇ ਇਮੀਡੀਏਟ ਪੈਸੇ ਨਹੀਂ ਹੁੰਦੇ ਕਿਸਾਨ ਕੋਲੇ। ਪੈਸੇ ਆਉਂਦੇ ਨੇ ਜਦੋਂ ਛਮਾਈ ਖਤਮ ਹੁੰਦੀ ਆ, ਉਹਨੂੰ ਠੇਕਾ ਮਿਲਦਾ ਜਾਂ ਫਿਰ ਜਦੋਂ ਫਸਲ ਨੂੰ ਵੇਚ ਕੇ ਉਹ ਆਪਣਾ ਪੈਸੇ ਮਿਲਦੇ ਨੇ, ਮਤਲਬ 6 ਮਹੀਨਿਆਂ ਬਾਅਦ ਆਪਾਂ ਨੂੰ ਯੂਜ਼ਲੀ ਮਿਲਦੇ ਨੇ ਪੈਸੇ, ਉਦੋਂ ਹੀ ਅਸੀਂ ਪੈਸੇ ਚੁਕਾ ਸਕਦੇ ਹੁੰਦੇ ਆ ਜਿਹੜੇ ਕਿਸਾਨ ਹੁੰਦੇ ਆ। ਤਾਂ ਉਹਨੂੰ ਧਿਆਨ 'ਚ ਰੱਖਦੇ ਹੋਏ ਕਿਸਾਨ ਕ੍ਰੈਡਿਟ ਕਾਰਡ ਸਕੀਮ ਲੈ ਕੇ ਆਈ ਵੀ ਜਿਹੜੇ ਛੋਟੇ ਮੋਟੇ ਫੁਟਕਲ ਖਰਚੇ ਨੇ ਉਹ ਸਰਕਾਰ ਉਹ ਕਿਸਾਨ ਉਹ ਤੋਂ ਕਰ ਸਕੇ। ਹੁਣ ਜਿਹੜਾ RBI ਕਰਨ ਜਾ ਰਿਹਾ ਕਿ ਉਹਨੂੰ ਡਿਜੀਟਾਈਜ਼ ਕਰ ਦਿੱਤਾ ਜਾਵੇ। ਮਤਲਬ ਕਿਸਾਨ ਨੂੰ ਕ੍ਰੈਡਿਟ ਕਾਰਡ ਕੋਈ ਐਪ ਦੇ ਥਰੂ ਜਾਂ ਐਵੇਂ ਔਨਲਾਈਨ ਹੀ ਉਹਦਾ ਸਾਰਾ ਕੰਮ ਸਰ ਜੇ, ਉਹਨੂੰ ਬੈਂਕਾਂ ਦੇ ਚੱਕਰ ਲਾਉਣੇ ਨਾ ਪੈਣ। ਠੀਕ ਹੈ, ਇਹ ਇਹਦਾ ਮੇਨ ਮੋਟਿਵ ਹੈ। ਤਾਂ ਇਹਦੇ ਵਿੱਚ ਪਾਇਲਟ ਬੈਂਕ ਜਿਹੜਾ ਇਹ ਹੈਗਾ, ਦ ਪਾਇਲਟ ਹੈਜ਼ ਬੀਨ ਡਿਵੈਲਪਡ ਬਾਏ ਸੈਂਟਰਲ ਬੈਂਕ ਤੇ ਉਹਦੀ ਸਬਸਿਡੀ ਰਿਜ਼ਰਵ ਬੈਂਕ ਇਨੋਵੇਸ਼ਨ ਹੱਬ। ਇਹਨਾਂ ਨੇ ਇਹ ਮਤਲਬ ਡਿਵੈਲਪ ਕੀਤਾ ਹੈ ਪੂਰਾ ਦਾ ਪੂਰਾ ਸਿਸਟਮ ਜਿਹਦੇ ਥਰੂ ਇਹ ਸਾਰਾ ਕੰਮ ਕੀਤਾ। ਉਹ ਮੇਨ ਕੰਮ ਕੀ ਹੈ? ਟੂ ਮੇਕ ਇਟ ਮੋਰ ਐਫੀਸ਼ੀਐਂਟ ਤੇ ਰਿਡਿਊਸ ਕਾਸਟਸ ਆਫ ਦਾ ਬੋਰੋਅਰਸ। ਮਤਲਬ ਉਹਨਾਂ ਨੂੰ, ਕਿਸਾਨਾਂ ਨੂੰ ਖਰਚੇ ਘੱਟ ਪੈਣ
ਤੇ ਇਹ ਐਫੀਸ਼ੀਐਂਟ ਬਣੇ ਸਿਸਟਮ, ਮਤਲਬ ਇਹ ਨਾ ਹੋਵੇ ਕਿ ਉਹੀ ਉਹਨਾਂ ਦੀ ਭਕਾਈ ਹੁੰਦੀ ਰਹੇ। ਇਸ ਚੱਕਰ 'ਚ ਅੱਧੇ ਕਿਸਾਨ ਲੈਂਦੇ ਹੀ ਨਹੀਂ ਹੈਗੇ ਕ੍ਰੈਡਿਟ ਕਾਰਡ, ਵੀ ਕਿਹੜਾ ਗੇੜੇ ਕੱਢੂਗਾ। ਮੱਧ ਪ੍ਰਦੇਸ਼ ਤੇ ਤਾਮਿਲਨਾਡੂ ਦੋਨਾਂ ਨੂੰ ਚੁਣਿਆ ਗਿਆ ਪਾਇਲਟ ਪ੍ਰੋਜੈਕਟ ਲਈ, ਸਟੇਟਸ ਨੂੰ ਇੱਥੇ ਇੰਪਲੀਮੈਂਟ ਕਰ ਰਹੇ ਨੇ। ਯੂਨੀਅਨ ਬੈਂਕ ਆਫ ਇੰਡੀਆ ਤੇ ਫੈਡਰਲ ਬੈਂਕ, ਇਹ ਦੋ ਬੈਂਕਾਂ ਨੇ ਚਲਾਇਆ ਇਹ। ਤੇ ਜੇ ਮੈਂ ਕਿਸਾਨ ਕ੍ਰੈਡਿਟ ਕਾਰਡ ਦੀ ਗੱਲ ਕਰ ਲਵਾਂ, ਇਹ 1998 ਦੇ ਵਿੱਚ ਸਰਕਾਰ ਨੇ ਸਕੀਮ ਚਲਾਈ ਸੀ, ਫਿਰ ਫਰਦਰ ਇਹਨੂੰ ਐਕਸਟੈਂਡ ਕਰਦੇ ਗਏ। ਮਤਲਬ ਪਹਿਲਾਂ ਤਾਂ ਇਹ ਇਕੱਲੀ ਸੀਗੀ ਫਾਰਮਿੰਗ ਐਕਟੀਵਿਟੀਜ਼ ਵਾਸਤੇ, ਵੀ ਕਿਸਾਨਾਂ ਦੀਆਂ ਜਿਵੇਂ ਨੂੰ ਆਪਾਂ ਕਹਿ ਲਈਏ ਜ਼ਮੀਨ ਨਾਲ ਰਿਲੇਟਡ, ਉਹਨੇ ਬੀਜ ਚੱਕਣਾ ਹੈ, ਉਹਨੇ ਜਾਂ ਆਪਾਂ ਕਹਿ ਲਈਏ ਕਿ ਫਰਟੀਲਾਈਜ਼ਰ ਚੱਕਣੇ ਨੇ, ਖਾਦਾਂ ਚੱਕਣੀਆਂ ਨੇ। 2004 'ਚ ਫਿਰ ਨੌਨ ਫਾਰਮਿੰਗ ਐਕਟੀਵਿਟੀਜ਼ 'ਚ ਵੀ ਇਹਨੂੰ ਅਲਾਓ ਕਰ ਦਿੱਤਾ ਗਿਆ। ਮਤਲਬ ਜਿਵੇਂ ਅਲਾਈਡ ਸੈਕਟਰ ਹੈ, ਅਲਾਈਡ ਸੈਕਟਰ ਕਿਹੜਾ ਆਪਣਾ, ਜਿਵੇਂ ਮੱਛੀ ਪਾਲਣ ਹੋ ਗਿਆ, ਜਾਂ ਫਿਰ ਆਪਾਂ ਕਹਿ ਲਈਏ ਕਿ ਡੇਅਰੀ ਫਾਰਮਿੰਗ ਹੋ ਗਈ, ਇਹ ਵੀ ਖੇਤੀਬਾੜੀ ਦੇ ਵਿੱਚ ਹੀ ਹੁਣ ਅੱਜ ਕੱਲ੍ਹ ਇਨਵੋਲਵ ਹੁੰਦਾ ਗਾ, ਹੈ ਵੀ ਆ, ਹੋਣਾ ਵੀ ਚਾਹੀਦਾ। ਤਾਂ ਇਹਦੇ 'ਚ ਵੀ ਜੇ ਤੁਸੀਂ ਪੈਸੇ ਕਿਤੇ ਲਾਉਣੇ ਨੇ ਕ੍ਰੈਡਿਟ ਕਾਰਡ ਨੂੰ ਵਰਤ ਸਕਦੇ ਹੋ। 2004 ਤੋਂ ਇਹ ਵੀ ਅਲਾਓ ਕਰਤਾ ਸੀਗਾ, ਠੀਕ ਹੈ। ਤਾਂ ਇਹ ਕੁਝ ਚੀਜ਼ਾਂ ਆਪਣੇ ਧਿਆਨ 'ਚ ਰੱਖਣ ਵਾਲੀਆਂ ਨੇ। ਅੱਗੇ ਆ ਜਾਓ, ਫਿਰ ਸਾਡੇ ਕੋਲੇ ਆਉਂਦਾ ਮਾਸਟਰ ਕਾਰਡ। ਦੇਖੋ ਤੁਸੀਂ ਆਪਣੇ ਜਦੋਂ ਕ੍ਰੈਡਿਟ ਕਾਰਡ ਜਾਂ ਫਿਰ ਡੈਬਿਟ ਕਾਰਡ ਦੇਖਦੇ ਹੋ ਨਾ, ਜਿਹੜੇ ATM ਹੁੰਦੇ ਨੇ, ਜਾਂ ਤਾਂ ਉੱਤੇ ਲਿਖਿਆ ਹੁੰਦਾ ਵੀਜ਼ਾ ਜਾਂ ਮਾਸਟਰ ਕਾਰਡ, ਤੇ ਜਿਹੜੇ ਅੱਜ ਕੱਲ੍ਹ ਮਿਲ ਰਹੇ ਨੇ ਉਹ ਤੇ ਰੂਪੀ ਕਾਰਡ ਲਿਖਿਆ ਹੁੰਦਾ, ਕਿਉਂਕਿ ਅੱਜ ਕੱਲ੍ਹ ਰੂਪੀ ਕਾਰਡ ਸਾਡਾ ਭਾਰਤ ਦਾ ਹੈ, ਤਾਂ ਅਸੀਂ ਇਹਨੂੰ ਪ੍ਰਮੋਟ ਕਰਨ ਲੱਗੇ ਹੋਏ ਹਾਂ। ਇਹ ਬਾਹਰ ਦੇ ਨੇ ਵੀਜ਼ਾ ਕਾਰਡ ਤੇ ਮਾਸਟਰ ਕਾਰਡ। ਤੇ ਮਾਸਟਰ ਕਾਰਡ ਇੱਕ ਕੰਪਨੀ ਹੈ ਜਿਹੜੀ ਉਹਦਾ ਸਾਰਾ ਉਹ ਸਿਸਟਮ ਸਾਂਭ ਰਹੀ ਹੁੰਦੀ ਹੈ। ਤਾਂ ਮਾਸਟਰ ਕਾਰਡ ਨੇ BCCI ਦੇ ਸਾਰੇ ਸਪਾਂਸਰਸ਼ਿਪ ਰਾਈਟਸ ਜਿਹੜੇ ਹੈਗੇ ਨੇ ਉਹ ਸਾਂਭ ਲਏ ਹੁਣ ਹੋਮ ਮੈਚਸ ਦੇ। ਮਤਲਬ ਭਾਰਤ ਦੇ ਵਿੱਚ ਜਿੰਨੀਆਂ ਵੀ ਡੋਮੈਸਟਿਕ ਟੂਰਨਾਮੈਂਟ ਹੋਣਗੇ ਕ੍ਰਿਕਟ ਦੇ, ਚਾਹੇ ਆ ਲਿਖੇ ਹੀ ਹੋਏ ਨੇ ਇੱਥੇ, ਦਲੀਪ ਟਰਾਫੀ ਹੈ, ਰਾਣੀ ਟਰਾਫੀ ਹੈ, ਰਣਜੀ ਟਰਾਫੀ ਹੈ, ਇਹ ਲਾ ਲਓ, ਜੂਨੀਅਰ ਕ੍ਰਿਕਟਰ ਅੰਡਰ 19 ਅੰਡਰ 23 ਕੁਛ ਵੀ ਹੁੰਦਾ, ਜਾਂ ਫਿਰ ਅੰਤਰਰਾਸ਼ਟਰੀ ਪੱਧਰ ਤੇ ਸਾਡੇ ਦੇਸ਼ ਦੇ ਵਿੱਚ ਜਿਹੜੇ ਮੈਚ ਹੋਣੇ ਨੇ, ਭਾਰਤ 'ਚ ਖੇਡਣੇ ਨੇ, ਭਾਰਤ ਨੇ ਜਿਹੜੇ, ਉਹ ਸਾਰੇ ਮੈਚਸ ਦੀ ਸਪਾਂਸਰਸ਼ਿਪ ਜਿਹੜੀ ਹੈਗੀ ਹੈ ਉਹ ਮਾਸਟਰ ਕਾਰਡ ਨੇ ਲੈ ਲਈ। ਤਾਂ ਯਾਦ ਰੱਖ ਲਿਓ, ਮਾਸਟਰ ਕਾਰਡ ਦਾ CEO ਹੈਗਾ ਮਾਈਕਲ ਮੈਬੈਕ, ਤੇ ਹੈੱਡਕੁਆਟਰ ਨਿਊਯਾਰਕ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਅੱਗੇ ਆ ਜਾਓ, ਪਬਲਿਕ ਸੈਕਟਰ ਜਿਹੜੇ ਬੈਂਕ ਨੇ ਟੂ ਓਪਨ ਅਬਾਊਟ 300 ਬ੍ਰਾਂਚਸ ਇਨ ਅਨਬੈਂਕਡ ਏਰੀਆਜ਼ ਬਾਈ ਦਸੰਬਰ 2022। ਪਬਲਿਕ ਸੈਕਟਰ ਬੈਂਕਾਂ ਕਿਹੜੀਆਂ ਨੇ? SBI ਹੋ ਗਈ, PNB ਹੋ ਗਈ, ਇਹ ਸਾਰੀਆਂ ਪਬਲਿਕ ਸੈਕਟਰ ਬੈਂਕਾਂ ਤਾਂ ਹੈਗੀਆਂ ਨੇ। ਇਹਨਾਂ ਨੇ ਪ੍ਰਣ ਲਿਆ ਕਿ ਜਿਹੜੇ ਵੀ ਅਨਬੈਂਕਡ ਏਰੀਆਜ਼ ਨੇ, ਜਿੱਥੇ ਬੈਂਕ ਪਹੁੰਚ ਨਹੀਂ ਪਾਉਂਦੇ, ਇੱਕ ਟਰਮ ਵਰਤੀ ਜਾਂਦੀ ਹੁੰਦੀ ਆ ਅੰਗਰੇਜ਼ੀ ਦੇ ਵਿੱਚ, ਫਾਈਨੈਂਸ਼ੀਅਲ ਇਨਕਲੂਜਨ। ਫਾਈਨੈਂਸ਼ੀਅਲ ਇਨਕਲੂਜਨ ਦਾ ਮਤਲਬ ਕੀ ਹੁੰਦਾ ਹੈ? ਫਾਈਨੈਂਸ਼ੀਅਲ ਇਨਕਲੂਜਨ ਦਾ ਮਤਲਬ ਹੁੰਦਾ ਪੂਰੇ ਦੇਸ਼ ਨੂੰ ਬੈਂਕਿੰਗ ਸਿਸਟਮ ਦੇ ਨਾਲ ਜੋੜਨਾ, ਠੀਕ ਹੈ। ਤੁਸੀਂ ਕਹਿ ਸਕਦੇ ਹੋ ਕਿ ਹਰ ਇੱਕ ਕੋਲੇ ਖਾਤਾ ਹੋਵੇ, ਹਰ ਇੱਕ ਕੋਲੇ ਉਹ ਖਾਤੇ ਨੂੰ ਵਰਤਦਾ ਬੰਦਾ ਹੋਵੇ, ਕਿ ਪੈਸੇ ਕਢਾਉਣ ਆਦਾਨ ਪ੍ਰਦਾਨ ਕਰਨ ਵਾਲਾ ਸਿਸਟਮ ਪੂਰਾ ਹੋਵੇ, ਉਹਨੂੰ ਫਾਈਨੈਂਸ਼ੀਅਲ ਇਨਕਲੂਜਨ ਕਹਿ ਦਿੰਦੇ ਆ। ਪ੍ਰਧਾਨ ਮੰਤਰੀ ਜੀ ਦੀ, ਪ੍ਰਾਈਮ ਮਿਨਿਸਟਰ ਦੀ ਜਿਹੜੀ ਉਹ ਯੋਜਨਾ ਸੀ ਜਿਹ 'ਚ ਉਹਨਾਂ ਨੇ ਖਾਤੇ ਖੁਲਾਏ ਸੀਗੇ, ਉਹ ਮੈਂ ਅੱਜ ਤੱਕ ਦੀ ਸਭ ਤੋਂ ਮੋਦੀ ਸਾਹਿਬ ਦੀ ਬੈਸਟ ਯੋਜਨਾ ਮੰਨਦਾ। ਆਪਣੀ ਪੋਪੂਲੈਰਿਟੀ ਦਾ ਜੇ ਉਹਨਾਂ ਨੇ ਸਹੀ ਇਸਤੇਮਾਲ ਕਿਤੇ ਮੇਰੇ ਅਕੋਰਡਿੰਗਲੀ ਕੀਤਾ ਤਾਂ ਉਹ ਸੀਗਾ, ਠੀਕ ਹੈ, ਜਿਹਦੇ ਵਿੱਚ ਉਹਨਾਂ ਨੇ ਸਾਰੇ ਮਤਲਬ ਜਨਤਾ ਦੇ, ਚਾਹੇ ਉਹ 'ਚ ਕੁਛ ਵੀ ਕਹਿੰਦੇ ਨੇ ਵੀ 15 ਲੱਖ ਆਊ, ਫਲਾਣਾ ਆਊ, ਕੁਛ ਕਹੀ ਜਾਣ, ਪਰ ਮੈਂ ਉਹ ਚਲੋ ਪੋਲੀਟੀਕਲ ਪਾਰਟੀਆਂ ਦੀ ਚੀਜ਼ ਆਪਾਂ ਉਹਦੇ 'ਚ ਪੈਂਦੇ ਹੀ ਨਹੀਂ, ਪਰ ਉਹ ਸਕੀਮ ਅਸਲ 'ਚ ਇੰਪਲੀਮੈਂਟ ਹੋਈ ਹੈ, ਕਿਉਂਕਿ ਉਹਦੇ ਨਾਲ ਕਿੰਨੇ ਲੋਕਾਂ ਦੇ ਖਾਤੇ ਖੁੱਲ੍ਹੇ, ਹੁਣ ਕਿੰਨੇ ਲੋਕਾਂ ਨੂੰ DBT ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਦੇ ਤਹਿਤ ਸਿੱਧੇ ਖਾਤੇ 'ਚ ਪੈਸੇ ਆਉਂਦੇ ਨੇ। ਪਹਿਲਾਂ ਇਹਦੇ ਵਿੱਚ ਕਿੰਨੀ ਘਪਲੇਬਾਜ਼ੀ ਹੁੰਦੀ ਸੀ, ਪੈਸੇ 10,000 ਚੱਲਦੇ ਸੀ, ਥੱਲੇ ਤੱਕ ਆਉਂਦੇ ਹੁੰਦੇ ਤਾਂ 1000 ਰੁਪਈਆ ਹੀ ਰਹਿ ਜਾਂਦਾ ਸੀ, 9,000 ਤਾਂ ਵਿੱਚ ਹੀ ਗਾਇਬ ਹੋ ਜਾਂਦੇ ਸੀ। ਉਹ ਚੀਜ਼ਾਂ ਨੂੰ ਕਿੰਨਾ ਹੋ ਮਿਲਿਆ ਹੈ ਨਾ। ਤਾਂ ਉਹ ਫਾਈਨੈਂਸ਼ੀਅਲ ਇਨਕਲੂਜਨ ਹੈ, ਉਹਨੂੰ ਆਪਾਂ ਫਾਈਨੈਂਸ਼ੀਅਲ ਇਨਕਲੂਜਨ ਬੋਲਾਂਗੇ ਕਿ ਮਾਸ ਨੂੰ ਬੈਂਕਿੰਗ ਸਿਸਟਮ ਨਾਲ ਜੋੜਨਾ। ਤਾਂ ਇਹ ਹੈ ਬੇਸਿਕਲੀ, ਤਾਂ ਇਹਦੇ ਤਹਿਤ 300 ਨਵੀਆਂ ਬ੍ਰਾਂਚਾਂ ਖੋਲ੍ਹਣ ਜਾ ਰਿਹਾ, ਜਿਹ 'ਚੋਂ ਸਭ ਤੋਂ ਵੱਧ ਬ੍ਰਾਂਚਾਂ ਰਾਜਸਥਾਨ 'ਚ ਖੁੱਲਣਗੀਆਂ 95। ਬਸ ਇੰਨਾ ਕੁ ਯਾਦ ਕਰ ਲਓ, ਕੱਲੀ ਕੱਲੀ ਦਾ ਯਾਦ ਕਰਨ ਦੀ ਲੋੜ ਨਹੀਂ ਕਿ ਸਭ ਤੋਂ ਵੱਧ ਬੈਂਕਾਂ ਕਿੱਥੇ ਖੋਲ੍ਹਣਗੇ, ਰਾਜਸਥਾਨ ਦੇ ਵਿੱਚ। ਅੱਗੇ ਆ ਜਾਓ, ESAF ਨਾਮ ਦੀ ਇੱਕ ਸਮਾਲ ਫਾਈਨਾਂਸ ਬੈਂਕ ਹੈ, ਠੀਕ ਹੈ। ਇੰਨੇ ਹੁਣੇ ਰੇਨਬੋ ਸੇਵਿੰਗਸ ਅਕਾਊਂਟ, ਵੈਰੀ ਇੰਪੋਰਟੈਂਟ ਯਾਰ, ਇਹ ਮੈਂ ਇੰਪੋਰਟੈਂਟ ਕੁਐਸਚਨ ਮੰਨੂਗਾ। ਰੇਨਬੋ ਸੇਵਿੰਗਸ ਅਕਾਊਂਟ ਕੀ ਚੀਜ਼ ਹੁੰਦੀ ਆ, ਸਮਝਦੇ ਆਪਾਂ। ਰੇਨਬੋ ਸੇਵਿੰਗ ਅਕਾਊਂਟ ਕਮਸ ਵਿਦ ਦਾ ਹਾਈ ਇੰਟਰਸਟ ਰੇਟ ਐਂਡ ਐਡਵਾਂਸ ਕ੍ਰੈਡਿਟ ਕਾਰਡ ਫੈਸਿਲਿਟੀਜ਼। ਰਿਜ਼ਰਵ ਬੈਂਕ ਆਫ ਇੰਡੀਆ ਨੇ 2015 ਦੇ ਵਿੱਚ ਡਾਇਰੈਕਟ ਕੀਤਾ ਸੀ ਬੈਂਕਾਂ ਨੂੰ ਕਿ ਇੱਕ ਸੈਪਰੇਟ ਕਾਲਮ ਐਡ ਕੀਤਾ ਜਾਵੇ 3rd ਜੈਂਡਰ ਦਾ ਸਾਰੇ ਫਾਰਮਾਂ 'ਚ, ਸਾਰੀਆਂ ਐਪਲੀਕੇਸ਼ਨਾਂ 'ਚ।
बहुत सारे ट्रांसजेंडर ਜਿਹੜੇ ਡਿਫਰੈਂਟ ਪਾਰਟਸ ਤੋਂ ਨੇ ਕੇਰਲਾ 'ਚ, ਉਹਨਾਂ ਨੇ ਪਾਰਟਿਸਿਪੇਟ ਕੀਤਾ ਇੱਕ ਲਾਂਚ, ਇਸ ਲਾਂਚ ਦੇ ਵਿੱਚ ਜਿਹਨੂੰ ਨਾਮ ਦਿੱਤਾ ਗਿਆ ਰੇਨਬੋ ਸੇਵਿੰਗ ਅਕਾਊਂਟਸ। ਇਹਦਾ ਇੱਕ ਲੋਗੋ ਲਾਂਚ ਕੀਤਾ ਗਿਆ ਸੀ। ਇੱਥੋਂ ਕੋਈ ਗੱਲ ਸਮਝ ਆ ਰਹੀ ਹੈ? ਇਹ ਜਿਹੜੇ ਰੇਨਬੋ ਸੇਵਿੰਗ ਅਕਾਊਂਟਸ ਨੇ ਨਾ, ਇਹ ਟਰਾਂਸਜੈਂਡਰ ਕਮਿਊਨਿਟੀ ਦੇ ਲਈ ਨੇ, ਟਰਾਂਸਜੈਂਡਰ ਕਮਿਊਨਿਟੀ ਦੇ ਲਈ। ਆ ਜਿਹੜੀ ਸਮਾਲ ਫਾਈਨਾਂਸ ਬੈਂਕ, ਦੇਖੋ ਬੈਂਕਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਇਕੋਨਮੀ 'ਚ ਆਪਾਂ ਪੜ੍ਹਦੇ ਹਾਂ, ਸ਼ਡਿਊਲਡ ਬੈਂਕਾਂ ਹੁੰਦੀਆਂ ਨੇ, ਨੌਨ ਸ਼ਡਿਊਲਡ ਬੈਂਕਾਂ ਹੁੰਦੀਆਂ ਨੇ, ਉਹ ਤੋਂ ਛੋਟੀਆਂ ਹੋਰ ਕਈ ਤਰ੍ਹਾਂ ਦੀਆਂ ਡਿਫਰੈਂਸ਼ੀਅਲ ਬੈਂਕਾਂ ਕਿੰਨੀਆਂ ਆ ਜਾਂਦੀਆਂ ਨੇ। ਤਾਂ ਆ ਸਮਾਲ ਫਾਈਨਾਂਸ ਬੈਂਕ ਵੀ ਇੱਕ ਛੋਟੇ ਲੈਵਲ ਦੀ ਬੈਂਕ ਹੁੰਦੀ ਆ, ਵੱਡੇ ਪੱਧਰ ਦੀ ਬੈਂਕ ਨਹੀਂ ਜਿਵੇਂ SBI ਵਰਗੀ। ਹਾਲੇ ਤਾਂ ਮੈਂ ਇੱਥੇ ਇੰਨੀ ਕੀ ਗੱਲ ਦੱਸ ਸਕਦਾ ਇਹਦੇ ਬਾਰੇ, ਕਿਉਂਕਿ ਮੈਂ ਬਾਹਲੀ ਇਹਦੀਆਂ ਡਿਟੇਲ 'ਚ ਚਲਾ ਗਿਆ ਫਿਰ ਤਾਂ ਮੈਨੂੰ ਬੈਂਕਿੰਗ ਚੈਪਟਰ ਹੀ ਪੜ੍ਹਾਉਣਾ ਪੈ ਜਾਊਗਾ ਪੂਰੇ ਦਾ ਪੂਰਾ, ਕਿ ਬੈਂਕਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਕਿਹੜੀ ਮਤਲਬ ਹੈ ਨਾ, ਉਹ ਚੀਜ਼ਾਂ 'ਚ ਆਪਾਂ ਪੈਂਦੀ ਨਹੀਂ। ਬਸ ਐਂ ਸਮਝ ਲਓ ਕਿ ਸਮਾਲ ਫਾਈਨਾਂਸ ਬੈਂਕ ਇੱਕ ਤਰ੍ਹਾਂ ਦੀ ਬੈਂਕ ਹੈ ਜੋ ਛੋਟੀ ਬੈਂਕ ਹੈ, ਬਸ ਇੰਨਾ ਤੁਸੀਂ ਮੰਨ ਸਕਦੇ ਹੋ। ਇਹ ਬੈਂਕ ਦਾ ਨਾਮ ਹੈਗਾ ESAF। ਇਹਨੇ ਲਾਂਚ ਕੀਤੀ ਆ ਰੇਨਬੋ ਸੇਵਿੰਗ ਅਕਾਊਂਟ। ਕਿੰਨਾਂ ਦੇ ਲਈ? ਟਰਾਂਸਜੈਂਡਰ ਕਮਿਊਨਿਟੀ ਦੇ ਲਈ। RBI ਦੀਆਂ ਗਾਈਡਲਾਈਨਸ ਆਈਆਂ ਸੀਗੀਆਂ ਕਿ ਤੁਸੀਂ ਆਪਦੇ ਫਾਰਮਾਂ ਦੇ ਵਿੱਚ, ਐਪਲੀਕੇਸ਼ਨਾਂ ਦੇ ਵਿੱਚ ਤੀਜਾ ਕਾਲਮ ਐਡ ਕਰ ਦਿਓ, ਮੇਲ ਫੀਮੇਲ ਤੋਂ ਇਲਾਵਾ ਟਰਾਂਸਜੈਂਡਰ, ਕਿ ਟਰਾਂਸਜੈਂਡਰ ਜਿਹੜੀ ਕਮਿਊਨਿਟੀ ਹੈ ਉਹ ਕਮਿਊਨਿਟੀ ਨੂੰ ਵੀ ਅਸੀਂ ਬਰਾਬਰ ਰੱਖੀਏ ਹਰ ਚੀਜ਼ ਦੇ ਵਿੱਚ। ਤਾਂ ਇਹ ਉਸ ਪੱਖ ਤੋਂ ਕੁਐਸਚਨ ਸੀ, ਇੰਪੋਰਟੈਂਟ ਕੁਐਸਚਨ ਬਣ ਜਾਂਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਰੇਨਬੋ ਸੇਵਿੰਗ ਅਕਾਊਂਟ ਕਿੰਨਾਂ ਦੇ ਲਈ ਨੇ, ਨਿਊਜ਼ ਦੇ ਵਿੱਚ ਸੀ। HDFC ਨੇ ਹੁਣੇ ਇੱਕ ਲਾਂਚ ਕੀਤਾ ਬੈਂਕ ਔਨ ਵੀਲਸ। ਬਈ ਦੇਖੋ ਪ੍ਰਾਈਵੇਟ ਬੈਂਕ ਜਿੰਨੀਆਂ ਫੈਸਿਲਿਟੀਆਂ ਦਿੰਦੇ ਆ, ਤਾਂ ਹੀ HDFC ਅੱਜ ਇੰਨਾ ਛਾ ਗਿਆ, ਇੱਥੇ ਤੱਕ ਪਹੁੰਚਿਆ ਹੋਇਆ। ਮਤਲਬ ਘਰ ਘਰ ਜਾਣਗੇ, ਘਰ ਘਰ ਜਾ ਕੇ ਤੁਹਾਡੇ ਖਾਤੇ ਖੋਲਣਗੇ, ਤੁਹਾਨੂੰ ਬੈਂਕਿੰਗ ਫੈਸਿਲਿਟੀਜ਼ ਦੇਣਗੇ। ਤਾਂ ਉਸ ਐਂਗਲ ਤੋਂ ਬੈਂਕ ਔਨ ਵੀਲਸ, ਤੁਰਦੀ ਫਿਰਦੀ ਬੈਂਕ ਕਹਿ ਲਓ ਤੁਸੀਂ ਇੱਕ ਤਰੀਕੇ ਨਾਲ। ਕਿੱਥੇ? ਗੁਜਰਾਤ ਦੇ ਵਿੱਚ ਲਾਂਚ ਕੀਤਾ ਗਿਆ। ਕਿਹਨੇ ਲਾਂਚ ਕੀਤਾ? HDFC ਨੇ। ਸਿੱਧਾ ਕੁਐਸਚਨ ਆ, ਅੱਗੇ ਆ ਜਾਓ। ਸਚਿਨ ਬਾਂਸਲ ਹੈਂਡ ਦਾ ਨਵੀਂ ਟੈਕਨੋਲੋਜੀਜ਼ ਅਪਰੂਵਡ ਬਾय SEBI ਫॉर IPO। ਤਿੰਨ ਚਾਰ ਚੀਜ਼ਾਂ ਆ ਗਈਆਂ ਇੱਥੇ। ਦੇਖੋ ਤੁਸੀਂ ਨੇ ਨਾਮ ਸੁਣਿਆ ਹੋਊਗਾ ਫਲਿੱਪਕਾਰਟ ਦਾ, ਹੈ ਨਾ। ਫਲਿੱਪਕਾਰਟ ਤਾਂ ਸਾਰੇ ਜਾਣਦੇ ਆ, ਫਲਿੱਪਕਾਰਟ ਤੋਂ ਸ਼ਾਪਿੰਗ ਵੀ ਮੈਨੂੰ ਲੱਗਦਾ ਵਾਧੂ ਜਨਤਾ ਕਰਦੀ ਹੋਊਗੀ। ਫਲਿੱਪਕਾਰਟ ਦੇ ਮਾਲਕ ਕੌਣ ਸੀ ਜਿਨ੍ਹਾਂ ਨੇ ਫਲਿੱਪਕਾਰਟ ਬਣਾਈ ਸੀ? ਇੱਕ ਦਾ ਨਾਮ ਸੀਗਾ ਬਿੰਨੀ ਬਾਂਸਲ, ਦੂਜੇ ਦਾ ਨਾਮ ਸੀਗਾ ਸਚਿਨ ਬਾਂਸਲ। ਬਾਅਦ 'ਚ ਇਹਨਾਂ ਨੇ ਫਲਿੱਪਕਾਰਟ ਵੇਚਤੀ। ਇਹ ਵੀ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸਿਓ ਕਿ ਫਲਿੱਪਕਾਰਟ ਕਿਹਨੂੰ ਵੇਚਤੀ। ਤੇ ਫਲਿੱਪਕਾਰਟ ਵੇਚਣ ਤੋਂ ਬਾਅਦ ਹੁਣ ਇਹਨਾਂ ਨੇ ਨਵੀਂ ਕੰਪਨੀ ਬਣਾਈ ਆ, ਨਾਮ ਹੈਗਾ ਨਵੀਂ ਟੈਕਨੋਲੋਜੀਜ਼। ਇਹ ਬਣਾਈ ਹੈਗੀ ਆ ਸਚਿਨ ਬਾਂਸਲ ਨੇ, ਮਤਲਬ ਬਿੰਨੀ ਬਾਂਸਲ ਦਾ ਰੋਲ ਨਹੀਂ ਹੈਗਾ, ਸਚਿਨ ਬਾਂਸਲ ਨੇ ਬਣਾਈ ਹੈ। ਹੁਣ ਜਦੋਂ ਕੰਪਨੀ ਬਣਦੀ ਹੈ ਕੋਈ, ਬਈ ਕੰਪਨੀ ਐਂ ਤਾਂ ਬਣ ਨਹੀਂ ਜਾਂਦੀ, ਕੰਪਨੀ ਨੂੰ ਪੈਸੇ ਚਾਹੀਦੇ ਨੇ। ਕੰਪਨੀ ਪੈਸਾ ਕਿੱਥੋਂ ਲਵੇ? ਜਾਂ ਤਾਂ ਬੈਂਕਾਂ ਤੋਂ ਉਧਾਰਾ ਲਵੇ, ਪਰ ਬੈਂਕ ਵੀ ਕਿੰਨੇ ਕੁ ਉਧਾਰ ਦੇ ਦੇਣਗੇ? ਉਹ ਵੀ ਤੁਹਾਡਾ ਕੁਛ ਨਾ ਕੁਛ ਤਾਂ ਕਲੈਟਰਲ ਰਖਾਉਣਗੇ, ਮਤਲਬ ਗਿਰਵੀ ਵੀ ਜੇ ਤੇਰਾ ਡੁੱਬ ਗਿਆ ਤਾਂ ਮੈਂ ਪੈਸਾ ਕਿੱਥੋਂ ਇਕੱਠਾ ਕਰਾਂ। ਫਿਰ ਦੂਜਾ ਤਰੀਕਾ ਕੀ ਹੈ? ਦੂਜਾ ਹੈਗਾ ਸ਼ੇਅਰ ਮਾਰਕੀਟ। ਸ਼ੇਅਰ ਮਾਰਕੀਟ ਦੇ ਵਿੱਚ ਕੀ ਹੈ ਕਿ ਸ਼ੇਅਰ ਮਾਰਕੀਟ 'ਚ ਤੁਸੀਂ ਲੋਕਾਂ ਤੋਂ ਪੈਸਾ ਇਕੱਠਾ ਕਰਦੇ ਹੋ। ਉਹਦੇ ਲਈ ਇੱਕ IPO ਲਿਆਂਦਾ ਜਾਂਦਾ। IPO ਦਾ ਮਤਲਬ ਫੁੱਲ ਫਾਰਮ ਹੁੰਦੀ ਹੈ ਇਨੀਸ਼ੀਅਲ ਪਬਲਿਕ ਆਫਰਿੰਗ। ਆ ਲਿਖਿਆ ਪਿਆ ਇਨੀਸ਼ੀਅਲ ਪਬਲਿਕ ਆਫਰਿੰਗ। ਕੀ ਕੀਤਾ ਜਾਂਦਾ IPO ਦੇ ਵਿੱਚ? ਮਤਲਬ ਕੀ ਹੈ, ਜਦੋਂ ਕੋਈ ਵੀ ਸ਼ੇਅਰ ਵਿਕਣ ਵਾਸਤੇ ਮਾਰਕੀਟ 'ਚ ਪਹਿਲੀ ਵਾਰ ਆਉਂਦਾ ਹੈ, ਉਹਨੂੰ ਅਸੀਂ IPO ਬੋਲ ਦਿੰਦੇ ਹਾਂ। IPO ਖੁੱਲੂਗਾ, ਲੋਕਾਂ ਨੂੰ ਜੇ ਉਸ ਕੰਪਨੀ ਤੇ ਵਿਸ਼ਵਾਸ ਹੋਊਗਾ ਤਾਂ IPO ਖਰੀਦਦੇ ਨੇ ਲੋਕ। IPO ਖਰੀਦ ਕੇ ਉਸ ਤੋਂ ਬਾਅਦ ਫਿਰ ਜਦੋਂ ਇੱਕ ਵਾਰ IPO ਲੋਕਾਂ ਨੇ IPO ਖਰੀਦ ਲਏ, ਮਤਲਬ ਸ਼ੇਅਰ ਖਰੀਦ ਲਏ। ਫਰਜ਼ ਕਰੋ ਮੈਂ 100 ਸ਼ੇਅਰ ਖਰੀਦ ਲਏ ਇਸ ਕੰਪਨੀ ਦੇ, ਜਿੰਨੇ ਦੇ ਵੀ ਨੇ। ਹੁਣ ਬਾਅਦ ਦੇ ਵਿੱਚ ਮੈਂ ਇਹ ਕਿਸੇ ਨੂੰ ਵੇਚਣੇ ਹੋਣਗੇ, ਮੈਂ ਹੋਰ ਖਰੀਦਣੇ ਹੋਣਗੇ, ਫਿਰ ਇਹ IPO ਨਹੀਂ ਕਹਾਊਗਾ, ਫਿਰ ਤਾਂ ਉਹ ਸ਼ੇਅਰ ਹੋਣਗੇ, ਮੈਂ ਸ਼ੇਅਰ ਖਰੀਦ ਲਏ, ਸ਼ੇਅਰ ਵੇਚ ਲਏ। ਜਦੋਂ ਪਹਿਲੀ ਵਾਰ ਕੰਪਨੀ ਲਾਂਚ ਕਰ ਰਹੀ ਹੈ, ਉਦੋਂ ਅਸੀਂ ਉਹਨੂੰ IPO ਕਹਿੰਦੇ ਆ, ਉਹਨਾਂ ਸ਼ੇਅਰਾਂ ਨੂੰ ਖਰੀਦਣਾ। IPO ਦਾ ਮਤਲਬ ਸਮਝ ਗਏ? ਆ ਹੁਣ ਰੀਸੈਂਟਲੀ ਕਿੰਨਾ ਰੌਲਾ ਪੈ ਰਿਹਾ ਅਡਾਨੀ ਵਾਲਾ, ਉਹ ਵੀ ਤਾਂ ਇਹੀ ਹੈ। ਅਡਾਨੀ ਗਰੁੱਪ ਦਾ ਮੰਨਿਆ ਜਾਣਾ ਸੀ ਕਿ ਹੁਣ IPO ਆਉਣਾ ਸੀ ਇੱਕ ਨਵਾਂ, ਇਹਨਾਂ ਨੇ 30,000 ਕਰੋੜ ਰੁਪਈਆ ਮਾਰਕੀਟ 'ਚੋਂ ਚੱਕਣਾ ਸੀਗਾ ਪੂਰੀ ਦੇ ਵਿੱਚੋਂ, ਤੇ ਉਹ ਤੋਂ ਪਹਿਲਾਂ ਇਹਨਾਂ ਦਾ ਪੈ ਗਿਆ ਰੌਲਾ। ਹੁਣ ਪਤਾ ਨਹੀਂ ਆਊਗਾ ਜਾਂ ਨਹੀਂ ਆਊਗਾ, ਕੀ ਰੌਲਾ ਪਿਆ, ਕੀ ਮੁੱਦਾ ਸੀ, ਇਹ ਤੇ ਗੱਲ ਤਾਂ ਆਪਾਂ ਫੇਰ ਕਰਾਂਗੇ, ਜਨਵਰੀ ਦੇ ਕਰੰਟ ਅਫੇਅਰ 'ਚ ਪੜ੍ਹ ਲਾਂਗੇ, ਕੋਈ ਗੱਲ ਨਹੀਂ, ਠੀਕ ਹੈ। ਪਰ ਮੈਂ IPO ਤੋਂ ਮੈਨੂੰ ਯਾਦ ਆ ਗਿਆ ਕਿ ਉਹਦਾ IPO ਵੀ ਆਉਣਾ ਸੀ, ਤੇ ਹੁਣ ਉਹ IPO ਪਤਾ ਨਹੀਂ ਆਊ ਨਹੀਂ ਆਊ, ਕਿਉਂਕਿ ਉਹਦੀ ਵੈਲਿਊ ਇੰਨੀ ਘਟ ਗਈ ਉਹਦੇ ਸ਼ੇਅਰਾਂ ਦੀ। ਹੁਣ ਲੋਕ ਉਹ 'ਚ ਵਿਸ਼ਵਾਸ ਕਰਨਗੇ, ਉਹਨੂੰ ਖਰੀਦਣਗੇ ਕਿ ਨਹੀਂ ਇਹ ਨਹੀਂ ਪਤਾ, ਠੀਕ ਹੈ। ਤਾਂ ਐਵੇਂ ਦੀ ਗੱਲ ਹੁੰਦੀ ਹੈ। ਤਾਂ ਜੇ ਦੇਖੀਏ ਤਾਂ ਸਚਿਨ ਬਾਂਸਲ ਨੇ ਇਹ ਨਵੀਂ ਟੈਕਨੋਲੋਜੀਜ਼ ਦੇ ਲਈ SEBI ਅਪਰੂਵ ਕਰਦਾ। SEBI ਕੀ ਆ? ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ। ਸਾਡੇ ਦੇਸ਼ ਦੇ ਵਿੱਚ ਜਿੰਨੀ ਇਹ ਸ਼ੇਅਰ ਮਾਰਕੀਟ ਵਾਲਾ ਕੰਸੈਪਟ ਹੈ, ਇਹਨੂੰ ਦੇਖ ਰੇਖ ਦਾ ਕੰਮ SEBI ਨੂੰ ਦਿੱਤਾ ਹੋਇਆ ਵੀ ਇਹ 'ਚ ਕੋਈ ਘਪਲਾ ਨਹੀਂ ਹੋਣਾ ਚਾਹੀਦਾ। ਤਾਂ SEBI ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਤੇ SEBI ਨੂੰ ਲੈ ਕੇ ਜੇ ਗੱਲਾਂ ਕਰਨੀਆਂ, ਹੁਣ ਸਟੈਚੂਟਰੀ ਬੋਡੀ ਹੈ। ਸਟੈਚੂਟਰੀ ਬੋਡੀ ਦਾ ਮਤਲਬ ਹੁੰਦਾ ਕਾਨੂੰਨ ਪਾਰਲੀਮੈਂਟ 'ਚੋਂ ਪਾਸ ਕਰਕੇ ਬਣਾਈ ਹੋਈ ਬੋਡੀ ਹੈ, ਇਹ 'ਤੇ ਕੋਈ ਐਕਟ ਬਣਿਆ ਹੋਊਗਾ।
उस एक्ट के तहत बनाई गई बॉडी है। तो बिल्कुल एक्ट का नाम भी हैगा सेबी एक्ट 1992, यानी कि सिक्योरिटी एंड एक्सचेंज बोर्ड ऑफ इंडिया एक्ट 1992। इस एक्ट कानून के तहत बनाई गई यह बॉडी है। काम मैं थोड़ा दस ही दिता कि की है इसका बेसिक काम यही है कि यह सारा कुछ सामभना। मेन जिहड़ा हैडकुआटर है वह मुंबई दे विच है, बंबे दे विच है। इस तो इलावा रीजनल ऑफिस हैगे ने, जिवें कलकत्ते च भी है, चेन्नई च भी है, दिल्ली च भी है। तो जे अज की डेट के सेबी का चेयरमैन पूछा जाए थोनू तो वह हैगा मदाबीपुरी बुच। तो मदाबीपुरी बुच अज के टाइम ये चेयरमैन ने। इंपॉर्टेंट क्वेश्चन है, बहुत पेपर पूछता गा कि सेबी का चेयरमैन कौन है, तो नाम याद रख लो मदाबीपुरी बुच। तो यह सेबी के बारे गल होगी। तो आ होगी अपने को बंसल साहब जिहड़ा है नवा IPO लैके आ रहे हैं। ठीक है, तो अगे चलते हैं। हुण अगे हैगा वर्ल्ड बैंक ने 2022 ईस्ट एशिया ग्रोथ आउटलुक की है, कुछ नहीं मतलब ये ना बखरे बखरे वर्ल्ड बैंक होगी, IMF होगी, ये ਇਹੋ ਜਿਹਾ कुछ ਦਿੰਦੇ ही रहते हैं भी आने वाले साल ਦੇ ਵਿੱਚ ਜਿਹੜਾ फलाना देश है भारत है ये 6% के हिसाब ਨਾਲ राइज करूगा। मतलब पिछले साल जिन्ना इन्होंने राइज किया GDP इन्हों की वधी सी ਉਹਦੇ मुकाबले 6% ਵਧੂਗੀ ਜਾਂ 7% ਵਧੂਗੀ। ਐਵੇਂ ਹੀ ਇਹਨਾਂ ਨੇ ਏਸ਼ੀਆ ईस्ट एशिया ਤੇ ਜਿਹੜਾ ਪੈਸੀਫਿਕ ਦਾ ਰੀਜਨ ਹੈ ਪੂਰਾ ਉਸ ਰੀਜਨ ਨੂੰ ਲੈ ਕੇ ਪੂਰਬੀ ਏਸ਼ੀਆ ਤੇ ਪ੍ਰਸ਼ਾਂਤ ਵਾਲਾ ਖੇਤਰ ਆ ਉਹਨੂੰ ਲੈ ਕੇ ਪ੍ਰੈਡਿਕਸ਼ਨ ਕੀਤੀ ਸੀ कि पहला इन्होंने फोरकास्ट किया सीगा कि होगा टोटल कितना 5%, हुण आ गए 3.2% ते। ये बदलते भी रहते हैं, जिवें जिवें समीकरण चेंज होंदे ने उवें ये आपदे विचार बदलते रहते हैं। क्वेश्चन देख लियो पर बड़ा इंपॉर्टेंट नहीं होगा, मैं कहूँगा कि एवें तो इन बहुत जणों के फोरकास्ट आउंदे ने, पर आप इंकलूड कर लिया एनीवेज। फैडरल बैंक इकलौती भारती बैंक है जिहड़ी बेस्ट वर्क प्लेसिस है इन एशिया 2022। इंपॉर्टेंट क्वेश्चन है जी। देखो ये की है बेसिकली ये की किया गया, कोई सर्वे होया ਉਹਦੇ ਵਿੱਚ ਇਹ ਕੱਢਿਆ ਗਿਆ पूरे देशों ਦੇ ਵਿੱਚ वर्ल्ड ਦੇ ਵਿੱਚ कि ਕਿਹੜੀ बैंक है ਜਿਹੜੀ सब तो ਵਧੀਆ फैसिलिटीज़ ਦਿੰਦੀ है आपदे कस्टमरस ਨੂੰ ਜਿਹੜੇ ਉੱਥੇ कोई स्कीमां ਲੈਂਦੇ ਨੇ ਹਨਾ बैंक ਦੀਆਂ। ਤਾਂ फैडरल बैंक भारत के कंटैक्सट 'ਚ देखिए तो भारत की कली हुई बैंक है जिन्होंने इनकलूड किया गया कि सब तो वधिया काम करने लिए प्लेस है तो अथॉरिटी ऑन वर्क प्लेस ऑन कल्चर। ठीक है, बस नाम याद रखना, होर तुसी कुछ नहीं हैगा। 63वां रैंक कढ़िया गया इसका पूरा एशिया के 2022 कि 63वें रैंक ते भारत की इकलौती चक्की है। कोची के हैडकुआटर है, जे पुछ लैन तुहानूं कि कित्थे मिलती है यह बैंक, ब्रांचेस तो ये होर भी बाहरले देशों भी हैगियां ने, पर भारत के जिहड़ा हैडकुआटर अलूबा कोची जगह हैगी, कोची केरला के उत्थे दा हैडकुआटर आ। तो इन्ना जरूर याद रखना आपां ने कि यही फैडरल बैंक है जिन्हों एशिया के भारत की इकलौती बैंक जी इनकलूड की गई है कि बेस्ट सर्विसिज देने के वर्करां भी तो एज वैल कस्टमरां भी। अगे आ जाओ, यूको बैंक पहली इंडियन बैंक है जिन्हों RBI तो अप्रूवल मिली है रुपी च ट्रेड करने वास्ते। इत्थे ना दो तीन चीज़ां आउणगियां बड़ियां ही शानदार, एक है नोस्ट्रो अकाउंट, एक है बोस्ट्रो अकाउंट, है ना। दोनों भी समझांगे तो इन्हूं जानने की कोशिश करते हैं। फैक्ट सीधा देख लो कि करंट अफेयर की है, उस तो इलावा जिहड़ी मेन चीज़ है मैं तुहानूं समझाउणा। यूको बैंक ठीक है, ये जिहड़ी बैंक है ये पहली भारतीय बैंक बन गई जिन्हों मंजूरी मिली है RBI तो कि वह की कर सकती है रुपये दे विच ही पूरा ट्रेड कर सकती है व्यापार। ज़्यादातर जिहड़ा व्यापार हुंदा ना वो डॉलर च कीता जांदा, पर इनू रुपये दे विच ही ट्रेड करन दी भी तुसी किसी नूं जे पैसे देने ने कोई चीज़ खरीदण दे तां पैसे रुपइयां च ही दे दो, कोई चक्कर नहीं हैगा। हुण एक चीज़ नूं समझो, दो चीज़ां आउंदियां ने साडे कोले बेसिकली, एक हुंदा नोस्ट्रो अकाउंट, एक हुंदा बोस्ट्रो अकाउंट। दोनों अकाउंट की ने? कहंदा नोस्ट्रो खाता एक बैंक द्वारा किसी होर बैंक विच रखिया खाता हुंदा है, ये गाहकां नूं किसी होर बैंक विच बैंक खाते विच पैसे जमा करन दी आग्या दिंदा है। ये अक्सर वरतिया जांदा है जेकर किसी बैंक की किसी विदेशी देश विच कोई शाखा नहीं है तो नोस्ट्रो एक लतीनी शब्द है जिहदा मतलब है साडा। हुण नोस्ट्रो का मतलब समझो की है, मतलब कि जिमें मैं गल करा SBI है, SBI ट्रेड करना व्यापार करना चाहती है रशिया दे विच। हुण रशिया दे विच SBI की कोई ब्रांच नहीं हैगी। वैसे तो फॉरन बाहरले देशों भी साडियां बैंकों दी बहुत दी ब्रांचां हैगियां ने, चलो मैं एग्जाम्पल मान के चलना भी उत्थे ब्रांच है नहीं साडी, फिर SBI उत्थे व्यापार किवें करूगी? SBI आपदा खाता खुलवाऊगी उत्थों के किसी होर बैंक दे विच, वो उत्थों दा बैंक होऊगा रशिया का,
ਉੱਥੇ ਜਿਹੜਾ ਖਾਤਾ ਖੁਲਵਾਇਆ ਜਾਊਗਾ ਤਾਂ ਉਹਦੇ ਹਿਸਾਬ ਨਾਲ ਹੀ ਉਸ ਖਾਤੇ ਦੇ ਵਿੱਚ ਹੀ ਜਿਹੜੀ SBI ਆ ਡੀਲ ਕਰੂਗੀ ਵਪਾਰ ਦੇ ਫਾਰਮ 'ਚ। ਤਾਂ ਜਿਹੜਾ ਉਹ ਖਾਤਾ ਖੁੱਲੂਗਾ ਉਹਨੂੰ ਅਸੀਂ ਕਹਿੰਦੇ ਆ ਨੋਸਟਰੋ ਅਕਾਊਂਟ। ਕੀ ਬੋਲਦੇ ਆ? ਨੋਸਟਰੋ ਅਕਾਊਂਟ। ਸਮਝ ਗਏ? ਹੁਣ ਮੰਨ ਲਓ ਇੱਕ ਬੈਂਕ A ਹੈ, ਉਹਦੀ ਬ੍ਰਾਂਚ ਹੈ ਨਹੀਂ ਆ ਰਸ਼ੀਆ 'ਚ ਉਹੀ ਲਿਖੀ ਪਈ ਹੈ, ਬਟ B ਬੈਂਕ ਦੀ ਬ੍ਰਾਂਚ ਹੈਗੀ ਹੈ। ਹੁਣ ਡਿਪੋਜ਼ਿਟਸ ਸਾਰੇ ਰਸ਼ੀਆ ਦੇ ਵਿੱਚ ਲੈਣ ਵਾਸਤੇ ਜੋ ਵੀ ਪੈਸਾ ਉੱਥੋਂ ਆ ਰਿਹਾ ਹੋਊਗਾ ਉਹਨੂੰ, ਉਹ ਕੀ ਕਰੂਗਾ? ਇਹ ਆਪਦਾ ਅਕਾਊਂਟ ਖੁਲਾ ਲੂਗਾ ਨੋਸਟਰੋ ਅਕਾਊਂਟ ਕਿੱਥੇ? B ਦੇ ਵਿੱਚ। ਆਹੀ ਗੱਲ ਮੈਂ ਤੁਹਾਨੂੰ ਸਮਝਾਈ ਹੈ, ਠੀਕ ਹੈ? ਸਮਝ ਲੱਗ ਗਈ? ਦੂਜੀ ਗੱਲ ਹੁੰਦੀ ਆ ਬੋਸਟਰੋ ਅਕਾਊਂਟ। ਨੋਸਟਰੋ ਅਕਾਊਂਟ ਤਾਂ ਸਮਝ ਗਏ ਕਿਹਨੂੰ ਬੋਲਦੇ ਆ ਅਸੀਂ? ਬੋਸਟਰੋ ਅਕਾਊਂਟ ਦਾ ਮਤਲਬ ਯੋਰਸ ਹੁੰਦਾ, ਬੋਸਟਰੋ ਦਾ ਮਤਲਬ ਲੈਟਿਨ ਦੇ ਵਿੱਚ, ਨੋਸਟਰੋ ਦਾ ਮਤਲਬ ਹੁੰਦਾ ਮਾਈਨ, ਮੇਰਾ। ਨੋਸਟਰੋ ਅਕਾਊਂਟ ਵੀ ਇੱਕ ਬੋਸਟਰੋ ਅਕਾਊਂਟ ਹੀ ਹੁੰਦਾ ਹੈ ਫॉर ਦਾ ਬੈਂਕ ਦੈਟ ਓਪਨਸ ਦਾ ਅਕਾਊਂਟ। ਹੁਣ ਸਮਝੋ, ਕਹਿੰਦਾ ਜਿਵੇਂ ਉੱਪਰ ਦਿੱਤੀ ਐਗਜ਼ਾਮਪਲ ਦੇ ਵਿੱਚ ਖਾਤੇ ਨੂੰ ਬੈਂਕ B ਲਈ ਇੱਕ ਬੋਸਟਰੋ ਖਾਤਾ ਕਿਹਾ ਜਾਏਗਾ, ਤੇ ਬੋਸਟਰੋ ਖਾਤਾ ਜਿਹੜਾ ਧਾਰਕ ਦੇ ਬੈਂਕ ਦੇ ਤਰਫੋਂ ਭੁਗਤਾਨ ਸਵੀਕਾਰ ਕਰਦਾ ਹੈ। ਮਤਲਬ ਕੀ ਹੋਇਆ? ਮੈਂ ਸਮਝਾਇਆ SBI ਤੇ ਰਸ਼ੀਆ ਦਾ ਕਿੱਸਾ। ਹੁਣ ਜਿਹੜਾ SBI ਨੇ ਇੱਥੇ ਖਾਤਾ ਖੁਲਾਇਆ ਰਸ਼ੀਆ ਦੇ ਕਿਸੇ A ਬੈਂਕ ਕੋਲੇ, SBI ਵਾਸਤੇ ਇਹ ਖਾਤਾ ਹੈਗਾ ਬੋਸਟਰੋ, ਤੇ ਜਿਹੜਾ ਰਸ਼ੀਆ ਦਾ ਇਹ ਬੈਂਕ A ਹੈ, ਇਹਦੇ ਲਈ ਜਿਹੜਾ ਇਹ SBI ਦਾ ਖਾਤਾ ਇਹਦੀ ਬੈਂਕ 'ਚ ਹੈਗਾ, ਇਹ ਇਸ ਖਾਤੇ ਨੂੰ ਕਹੂਗਾ ਕੀ? ਬੋਸਟਰੋ। ਇਹ ਕਹੂਗਾ ਨੋਸਟਰੋ। SBI ਲਈ ਨੋਸਟਰੋ, ਉਹਦੇ ਲਈ ਬੋਸਟਰੋ। ਬਸ ਦੋਨਾਂ ਦੇ ਵਿੱਚ ਫਰਕ ਇਹੀ ਹੈ ਕਿ ਯੂਜ਼ਲੀ ਇਹ ਨਾ ਕਦੋਂ ਕਹਾਣੀ ਪੈਂਦੀ ਹੈ, ਜਿਵੇਂ ਹੁਣ ਰੁਪਈਆਂ 'ਚ ਡੀਲ ਕਰਨਾ ਹੈ, ਬ੍ਰਾਂਚ ਉੱਥੇ ਹੈ ਨਹੀਂ ਤਾਂ ਰੁਪਈਆਂ 'ਚ ਐਵੇਂ ਡੀਲ ਕੀਤਾ ਜਾ ਸਕਦਾ ਆਪਦਾ ਖਾਤਾ ਕਿਸੇ ਹੋਰ ਥਾਂ ਤੇ ਖੁਲਾ ਕੇ। ਤਾਂ ਬੋਸਟਰੋ ਤੇ ਨੋਸਟਰੋ ਦਾ ਮਤਲਬ ਸਮਝੋ। ਤਾਂ ਜੇ ਪਰਸਨ ਡਿਪੋਜ਼ਿਟ ਮਨੀ ਇਨ ਦਾ ਬੋਸਟਰੋ ਅਕਾਊਂਟ ਇਟ ਵਿਲ ਬੀ ਟ੍ਰਾਂਸਫਰ ਟੂ ਦਾ ਅਕਾਊਂਟ ਹੋਲਡਰਸ ਬੈਂਕ, ਉਹਦੇ ਬੈਂਕ 'ਚ ਸਿੱਧਾ ਟ੍ਰਾਂਸਫਰ ਕਰ ਦਿੱਤਾ ਜਾਊਗਾ। ਨੋਸਟਰੋ ਤੇ ਬੋਸਟਰੋ ਅਕਾਊਂਟਸ ਆਰ ਹੈਲਡ ਇਨ ਫੋਰਨ ਡਿਨੋਮੀਨੇਸ਼ਨ। ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿਹੜੀ ਨੋਟ ਕਰਨ ਵਾਲੀ ਹੈ ਕਿ ਜਦੋਂ ਅਸੀਂ ਵਿਦੇਸ਼ੀ ਮੁਦਰਾ ਦੇ ਵਿੱਚ ਵਪਾਰ ਕਰਨ ਦੀ ਗੱਲ ਕਰਦੇ ਹਾਂ ਨਾ, ਜਿਹੜੀ ਆਪਾਂ ਹੁਣ ਇੱਥੇ ਗੱਲ ਕੀਤੀ ਸੀ, ਉੱਥੇ ਇਹਦਾ ਜ਼ਿਕਰ ਆਉਂਦਾ। ਫਿਰ ਉੱਥੇ ਅਸੀਂ ਬੋਸਟਰੋ ਨੋਸਟਰੋ ਅਕਾਊਂਟਾਂ ਨੂੰ ਇਸਤੇਮਾਲ ਦੇ ਵਿੱਚ ਲਿਆਉਂਦੇ ਹਾਂ। ਇਹ ਡੋਮੈਸਟਿਕ ਜਿਹੜੇ ਬੈਂਕ ਨੇ, ਜਿਵੇਂ ਸਾਡੇ SBI ਜਿਹੜੇ ਸਾਡੇ ਦੇਸ਼ ਦੇ ਬੈਂਕ ਨੇ, ਉਹਨਾਂ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਮਤਲਬ ਸਮਝ ਗਏ? ਜਿਵੇਂ ਹੁਣ ਯੂਕੋ ਬੈਂਕ ਨੂੰ ਅਨੁਮਤੀ ਤਾਂ ਦੇਤੀ ਰੁਪਈਏ ਦੇ ਵਿੱਚ ਡੀਲ ਕਰਨ ਲਈ। ਹੁਣ ਯੂਕੋ ਬੈਂਕ ਦੀ ਜੇ ਬ੍ਰਾਂਚ ਨਾ ਹੋਈ ਜਿੱਥੇ ਉਹਨਾਂ ਨੇ ਵਪਾਰ ਕਰਨਾ, ਫਿਰ ਉਹ ਕੀ ਕਰਨਗੇ? ਨੋਸਟਰੋ ਅਕਾਊਂਟ ਖੋਲਣਗੇ ਆਪਣਾ, ਜਿਹੜੇ ਵੀ ਦੇਸ਼ ਰਸ਼ੀਆ ਦੇ ਵਿੱਚ ਜਾ ਕੇ, ਤੇ ਉਹਨੂੰ ਉਹ ਬੋਲਣਗੇ ਨੋਸਟਰੋ ਅਕਾਊਂਟ, ਤੇ ਉੱਥੇ ਉਹ ਪੈਸੇ ਟ੍ਰਾਂਸਫਰ ਵੀ ਕਰਨਗੇ। ਤੇ ਉਹੀ ਬੈਂਕ ਜਦੋਂ ਇਹਨਾਂ ਨੂੰ ਪੈਸੇ ਉਧਰੋਂ ਆਉਣੇ ਹੋਣਗੇ ਤਾਂ ਉਹ ਇਹਨਾਂ ਨੂੰ ਟ੍ਰਾਂਸਫਰ ਕਰੂਗਾ। ਉਸ ਬੈਂਕ ਵਾਸਤੇ ਉਹ ਅਕਾਊਂਟ ਬੋਸਟਰੋ ਹੋਊਗਾ, ਤੇ ਇਧਰਲੇ ਲਈ ਯੂਕੋ ਲਈ ਉਹ ਕਿਹੜਾ ਅਕਾਊਂਟ ਹੋਊਗਾ? ਨੋਸਟਰੋ ਹੋਊਗਾ। ਸਮਝ ਗਏ? ਤਾਂ ਨੋਸਟਰੋ ਬੋਸਟਰੋ ਦਾ ਕੰਸੈਪਟ ਹੈ, ਇੰਪੋਰਟੈਂਟ ਹੈ ਕੰਸੈਪਟ, ਇਹ ਪੇਪਰ 'ਚ ਉਲਝ ਜਾਓਗੇ, ਠੀਕ ਹੈ, ਜੇ ਨਹੀਂ ਸੁਣਿਆ ਹੋਊਗਾ। ਅੱਗੇ ਆ ਜਾਓ। ਯੂਨੀਅਨ ਬੈਂਕ ਆਫ ਇੰਡੀਆ ਨੇ ਓਪਨ ਕੀਤਾ ਐਥੀਕਲ ਹੈਕਿੰਗ ਲੈਬ। ਯੂਨੀਅਨ ਬੈਂਕ ਆਫ ਇੰਡੀਆ ਨੇ ਐਥੀਕਲ ਹੈਕਿੰਗ ਲੈਬ ਇੱਕ ਚਲਾਈ ਹੈ, ਇਨੋਗਰੇਟ ਕੀਤੀ ਹੈ ਸਾਈਬਰ ਸਿਕਿਉਰਿਟੀ ਸੈਂਟਰ ਹੈਦਰਾਬਾਦ ਦੇ ਵਿੱਚ। ਇਹਨਾਂ ਦਾ ਇੱਕ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਇੱਕ ਸੈਂਟਰ ਹੈ, ਉੱਥੇ ਇੱਕ ਲੈਬ ਚਲਾਈ ਹੈ। ਏਮ ਕੀ ਹੋਊਗਾ? ਆਹੀ ਕਿ ਲੋਕਾਂ ਨੂੰ ਇਨਫੋਰਮੇਸ਼ਨ ਦੇਣੀ, ਸਾਈਬਰ ਅਟੈਕਸ ਤੋਂ ਕਿਵੇਂ ਬਚਿਆ ਜਾਵੇ। ਫੋਨ ਕਾਲ ਆਉਂਦੀ ਹੈ, ਵਿੱਚ ਸੌਫਟਵੇਅਰ ਪਾ ਦਿੰਦੇ ਨੇ, ਪੈਸੇ ਰਫੂ ਚੱਕਰ ਕਰ ਦਿੰਦੇ ਨੇ, ਇਹ ਸਾਰੀਆਂ ਚੀਜ਼ਾਂ ਤੋਂ ਬਚਾ ਲਈ ਹੈ, ਠੀਕ ਹੈ। ਯੂਨੀਅਨ ਬੈਂਕ ਦਾ ਉਪਰਾਲਾ, ਯੂਨੀਅਨ ਬੈਂਕ ਨੇ ਇਹ ਕਰਿਆ ਐਥੀਕਲ ਹੈਕਿੰਗ ਲੈਬ, ਤੇ ਆਪਣੇ ਕਿੱਥੇ? ਹੈਦਰਾਬਾਦ ਵਾਲੀ ਬ੍ਰਾਂਚ ਦੇ ਵਿੱਚ। ਤੇ ਇਹਦਾ ਹੈੱਡਕੁਆਟਰ ਕਿੱਥੇ ਹੈ ਯੂਨੀਅਨ ਬੈਂਕ ਦਾ? ਬੰਬੇ ਦੇ ਵਿੱਚ ਆ, ਮੁੰਬਈ ਦੇ ਵਿੱਚ ਹੈ। SBI ਬਈ 5 ਟ੍ਰਿਲੀਅਨ ਮਾਰਕ ਕੈਪ ਨੂੰ ਕਵਰ ਕਰ ਗਈ। ਮਤਲਬ ਮਾਰਕੀਟ ਦੇ ਵਿੱਚ ਕਿੰਨਾ ਪੈਸਾ ਅੱਜ ਦੀ ਡੇਟ ਦੇ ਵਿੱਚ SBI ਦਾ ਸਾਰਾ ਐਸੈਟ ਮਿਲਾ ਕੇ, ਜਿੰਨਾ ਉਹਨਾਂ ਦੇ ਬੈਂਕ ਖਾਤਿਆਂ 'ਚ ਪਿਆ, ਜਿੰਨਾ ਉਹਨਾਂ ਦੇ ਕਸਟਮਰਸ ਕੋਲੇ ਤੁਰਿਆ ਫਿਰਦਾ ਉਹਨਾਂ ਦਾ ਪੈਸਾ, ਉਹ ਸਾਰਾ 5 ਟ੍ਰਿਲੀਅਨ ਕਵਰ ਕਰ ਗਿਆ, ਠੀਕ ਹੈ। ਇਹ ਕੁਐਸਚਨ ਡਾਇਰੈਕਟ ਬਣੂਗਾ ਕਿ ਕਿਹੜੀ ਬੈਂਕ ਹੈ ਜਿਹੜੀ 5 ਟ੍ਰਿਲੀਅਨ ਦੇ ਮਾਰਕੀਟ ਕੈਪ ਨੂੰ ਕਵਰ ਕਰ ਚੁੱਕੀ ਅੱਜ ਦੀ ਡੇਟ 'ਚ ਭਾਰਤ ਦੀ ਬੈਂਕ? ਤਾਂ ਉਹ ਹੈਗੀ ਆ SBI। ਪਬਲਿਕ ਲੈਂਡਰ ਸਟੇਟ ਬੈਂਕ ਆਫ ਇੰਡੀਆ 5 ਟ੍ਰਿਲੀਅਨ ਕਰ ਗਈ, ਤਾਂ ਲਿਖਿਆ ਹੀ ਹੋਇਆ, ਠੀਕ ਹੈ। SBI 7ਵੀਂ ਪੋਜੀਸ਼ਨ ਤੇ ਆ ਓਵਰਆਲ ਮਾਰਕੀਟ ਕੈਪ ਦੇ ਵਿੱਚ, ਜੇ ਪੂਰੀ ਦੁਨੀਆ 'ਚ ਆਪਾਂ ਦੇਖ ਲਈਏ, ਠੀਕ ਆ। ਤੇ ਇਹ 3rd ਲੈਂਡਰ ਹੈ ਇੰਡੀਆ ਦੀ ਜਿਹਨੇ ਇਹ ਮਾਰਕੀਟ ਕੈਪ 5 ਟ੍ਰਿਲੀਅਨ ਦਾ ਕਵਰ ਕੀਤਾ। ਇਹਦਾ ਮਤਲਬ ਇਦੋਂ ਪਹਿਲਾਂ 2 ਬੈਂਕਾਂ ਹੋਰ 5 ਟ੍ਰਿਲੀਅਨ ਕਰੀ ਬੈਠੀਆਂ ਨੇ। ਇਹ ਨਾ ਸੋਚੋ ਕਿ ਪਹਿਲੀ SBI, ਉਹ ਕਿਹੜੀਆਂ ਨੇ? 2 ਹੀ ਨੇ, ਪ੍ਰਾਈਵੇਟ ਹੀ ਨੇ ਦੋਨੇ, HDFC ਤੇ ICICI ਤੇ HDFC। ਪਹਿਲਾਂ ਹੀ ਤਾਂ ਲਾਰਜੈਸਟ ਪ੍ਰਾਈਵੇਟ ਲੈਂਡਰ ਬੈਂਕ ਸਾਡਾ HDFC ਹੈ, ਉਦੋਂ ਬਾਅਦ ਨੰਬਰ ਆਉਂਦਾ ICICI ਦਾ। ਆ ਤੁਸੀਂ ਦੇਖੋ, ਇਹ
3 ट्रिलियन ते आ 8.38 ट्रिलियन ते आ। तो मार्केट कैप के हिसाब नाल तां तीजे नंबर पर आ गया SBI। आ 2 प्राइवेट बैंकां तो इस तो अगे फिरदियां ने, ठीक है। SBI नूं लैके 1 जुलाई 1955 नूं बनदा, हैडकुआटर बॉम्बे दे विच है ते इस टाइम चेयरमैन हैगे ने साडे दिनेश कुमार खारा जी। अगे आ जाओ। इंडिया ने एमर्ज किया एज श्रीलंका लार्जेस्ट बायलैटरल लैंडर ओवरटेकिंग चाइना। मतलब श्रीलंका साडा मित्र देश है, ठीक है, मैत्री मित्र इहो जिहियां असीं एक्सरसाइजां भी इन्हां नाल करदे रहिंदे आ ते इस नूं असीं जो हुण उत्थे हालात बने हुए ने, क्राइसिस आया होया, असीं हर संभव मदद देने की कोशिश कर रहे हैं तो ये मदद करते करते असीं इन्ने पैसे दे बैठे हैं कि चाइना नूं भी पास कर गए। जिन्ना पैसा चाइना ने उत्थे इन्वेस्ट किया सी उन्होंने दिता हुआ सी, उस तो वध पैसा दे चुके हैं, ठीक है। तो ये इस चीज़ नूं लैके न्यूज़ सीगी। अगे आ जाओ। एशियन डेवलपमेंट बैंक लार्जेस्ट लैंडर है जिन्हें इनू हुण तक सब तो वध पैसा दिता। अच्छा, ADB बैंक जिहड़ा हैगा इहदा हैडकुआटर कित्थे है, मैनूं तुसीं कमेंट बॉक्स 'च दसो। एशियन डेवलपमेंट बैंक का हैडकुआटर किहड़ी जगह के उत्ते आ, ये तुसीं कमेंट बॉक्स 'च दसना। SBI फाउंडेशन ते WWF इंडिया इन्होंने हथ मिलाए ने रैड पांडे की कंजरवेशन वास्ते। रैड पांडा की है? रैड पांडा एक जीव है। पांडे तुसी फिल्म देखी होगी ना, कितनी पांडा वाली फिल्म, कितनी फेमस है, जवाक देखते हैं। तो रैड पांडा देखने को बेसिकली ना नॉर्थ ईस्ट च मिलता अपने, जिहड़ा आ उपरला उही कहानी अपनी आसाम वाला एरिया, या तुसी कह लो अरुणाचल, अरुणाचल च ज़्यादा है। अरुणाचल सब तो उच्चा है इधरली साइड नॉर्थ ईस्ट च। अरुणाचल प्रदेश च रैड पांडे देखने को मिलते हैं अपने कोल। ते SBI ते WWF जिहड़ी हैगी है, ठीक है, इन्हां ने वर्ल्ड वाइड फंड इंडिया आपा इहदा पूरा नाम आ, इन्हां ने यह उपराला किया है कि असीं ने की करना है, जिहड़ी ये पांडा की स्पीशीज़ ने, रैड पांडा की स्पीशीज़, इन्हां दा वो बहुत हुंदा कि इन्हां नूं किडनैप करके ट्रांसबाउंडरी, मतलब एक देश तो दूजे देश दे विच वपार के तौर पर वरतदे ने, बेचे जाते हैं, कई घरां च पालदे ने, कई कुछ करते हैं, वक्रे वक्रे चीज़ों के तौर पर, है ना। इन्हां नूं बचाउणा है तो बचाउण दे लई बेसिकली एक तो कंचनजंगा जिहड़ा एरिया, कंचनजंगा कित्थे पैंदा? सिक्किम च, उत्थे भी बहुत मिलते हैं ये सारी, ये मेरा रह गया सी दसना, सिक्किम च भी देखने को मिलते हैं, तो वेस्ट बंगाल, इत्थे काम करनगे ये दोनों इकट्ठे रल के ताकि इन्हों बचाया जा सके, ठीक है। पैसा SBI दूगा तो WWF प्रबंध करूगा सारे कंजरवेशन के। ये इवेंट जिहड़ा ऑर्गेनाइज होयागा, ये होया हिमालयन जियोलॉजिकल पार्क इन गैंगटॉक दे विच, ठीक है। ये मतलब इत्थों देखो एक पार्क का नाम भी आ गया, तो पार्क का तुहानूं नाम पता होना चाहिए। क्वेश्चन बन सकता कि हिमालयन जियोलॉजिकल पार्क कित्थे मिलता है? गैंगटॉक। गैंगटॉक कित्थे मिलता है? सिक्किम। सिक्किम की राजधानी है गैंगटॉक, ठीक है। तो ये चीज़ तुहानूं पता होवे। अगे आ जाओ, अगला क्वेश्चन, जिहड़ी एशियन डेवलपमेंट बैंक है ADB, देखो आ भी यार क्वेश्चन तुसीं देख सकते हो, मतलब ये कुछ नहीं हैगा, उही है जिवें तुहानूं मैं दस्सिया कि वक्रे वक्रे फोरकास्ट इह जिहियां भविष्यवाणियां करते रहंदे ने कि हुण आ देश इन्ने % ते ग्रो करूगा, इन्ने ते करूगा, तो ये महीने बाद बदल जाते हैं। वो बदलण दे चलो कारण तो सही हुंदे ने इन्हां दे, क्योंकि कुछ ना कुछ इहो जिहा हो जाता मार्केट दे विच। तां एशियन डेवलपमेंट बैंक पहलां कहंदी सीगी कि 7.2 ते इंडिया ग्रो करूगा, हुण ये मुकर गए, कहते नहीं जी 7 ती करूगा, 0.2 मुकर गए। शायद अगले महीने वाला करंट फिर पढ़ांगे, उहदे विच ये 6 ती आ जाण, ठीक है। ये चलदा रहिंदा, तो इहनूं तुसीं लास्ट वाला ही देख लो, वैसे इह चों बहुत घट चांस आ क्वेश्चन बनने का, पर फिर भी देख लियो। अगे आयो, लोन अप्रूव्ड बाय वर्ल्ड बैंक इन 2021-22। 2021-22 च लोन किहड़े अप्रूव किए ने वर्ल्ड बैंक ने, जिहड़े मोटे लोन ने, वो देखते हैं। $150 मिलियन का लोन तो लगभग 1200 करोड़ बनता पंजाब नूं दिता। ये तो साडे लई सब तो इंपॉर्टेंट है। पंजाब नूं 1200 करोड़ के लगभग लोन दिता, काहदे लई दिता है? कहते जिहड़ियां तुहाडीआं पब्लिक सर्विसिज ने, जिवें तुसीं कह लो कि लोकां नूं जिहड़ी सर्विसिज प्रोवाइड करनियां ने, वो कुछ भी हो सकदियां ने। तुसीं सुविधा केंद्रां ते जिन्नियां सर्विसां ने वो भी पब्लिक सर्विसिज ने। किसी भी सरकारी दफ्तर च जाते हो, तुहानूं जो भी वो काम करके दे रहे हैं, वो सारियां पब्लिक सर्विसिज ने। ਉਹ 'ਚ सुधार करना है, तो वो सुधार करने लई 150 मिलियन लगभग 1200 करोड़ पंजाब ने लिया। वैसट बंगाल नूं इन्हां ने 125 मिलियन दिता है। वो काहदे लई है? वो भी सोशल प्रोटैक्शन सर्विसिज, जिहड़ियां समाज प्रति उन्हां दीयां कुछ स्कीमां चल रही होणगीਆਂ जिहदे तहत वो सर्विसिज दिंदे ने, उहदे वास्ते है। 115 मिलियन लगभग 870 करोड़ के नेड़े तेड़े इन्हें करनाटका ते उड़ीसा नूं दिता है। ये काहदे लई है? ये बेसिकली एक रिवार्ड प्रोजैक्ट है। तो रिवार्ड प्रोजैक्ट भी पूछ सकते हैं भी की चीज़ है रिवार्ड प्रोजैक्ट। रिवार्ड की फुल फॉर्म नूं समझते हैं, रीजुवेनेटिंग वाटर शेड्स फॉर एग्रीकल्चर रिजिलियंस थ्रू इनोवेटिव डेवलपमेंट।
मतलब कि ਤੁਸੀਂ ਕਹਿ ਸਕਦੇ ਹੋ ਇਰੀਗੇਸ਼ਨ ਰਿਲੇਟਡ ਪ੍ਰੋਜੈਕਟ ਹੈ, ਠੀਕ ਹੈ, ਕਿ ਐਗਰੀਕਲਚਰ ਨੂੰ ਅਸੀਂ ਰੈਜ਼ੀਲੀਅੰਸ ਬਣਾਉਣਾ ਹੈ। ਰੈਜ਼ੀਲੀਅੰਸ ਬਣਾਉਣ ਦਾ ਮਤਲਬ ਕੀ ਹੋ ਗਿਆ ਕਿ ਇਹ ਨਹੀਂ ਹੈਗਾ ਟਿਊਬਵੈੱਲ ਲਾ ਕੇ ਅੰਨ੍ਹੇਵਾਹ ਪਾਣੀ ਚੱਲ ਰਿਹਾ, ਠੀਕ ਹੈ, ਪਾਣੀ ਵੀ ਵੇਸਟ ਕਰ ਰਹੇ ਹੋ ਤੇ ਜ਼ਮੀਨ ਵੀ ਖਰਾਬ ਕਰ ਰਹੇ ਹੋ ਤੇ ਖੇਤੀਬਾੜੀ ਵੀ ਸਹੀ ਢੰਗ ਨਾਲ ਨਹੀਂ ਕਰ ਰਹੇ। ਤੁਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਵਾਟਰਸ਼ੈਡ ਨੂੰ ਪ੍ਰਮੋਟ ਕਰਨਾ ਵੀ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸਪ੍ਰਿੰਕਲਸ ਦੇ ਥਰੂ ਪਾਣੀ ਲਾਓ ਜਾਂ ਫਿਰ ਡ੍ਰਿਪ ਇਰੀਗੇਸ਼ਨ ਦਾ ਇਸਤੇਮਾਲ ਕਰੋ, ਠੀਕ ਹੈ। ਤਾਂ ਇਸ ਪਰਪਸ ਲਈ ਰਿਵਾਰਡ ਪ੍ਰੋਜੈਕਟ ਹੈ। ਤਾਂ ਰਿਵਾਰਡ ਪ੍ਰੋਜੈਕਟ ਦੇ ਲਈ ਪੈਸਾ ਕਿਹਨੂੰ ਦਿੱਤਾ? ਕਰਨਾਟਕਾ ਸਰਕਾਰ ਤੇ ਉੜੀਸਾ ਸਰਕਾਰ ਨੂੰ 115 ਮਿਲੀਅਨ, ਇਹ ਵੀ ਵਰਲਡ ਬੈਂਕ ਨੇ ਦਿੱਤਾ ਹੈ। ਹੋਰ 125 ਮਿਲੀਅਨ ਵੈਸਟ ਬੰਗਾਲ ਨੂੰ ਸੋਸ਼ਲ ਪ੍ਰੋਟੈਕਸ਼ਨ ਲਈ ਹੋ ਹੀ ਗਿਆ। 600 ਮਿਲੀਅਨ ਡਾਲਰ ਸ਼੍ਰੀਲੰਕਾ ਨੂੰ ਦੇਤਾ ਆਪਦੇ ਇੰਪੋਰਟਸ ਦੇ ਪਰਪਸ ਤੋਂ, ਕਿਉਂਕਿ ਸ਼੍ਰੀਲੰਕਾ ਦੇ ਜੋ ਹਾਲ ਨੇ, ਪਿਛਲਾ ਕਰੰਟ ਫਿਰ ਵੀ ਇਹੀ ਪੜਾਇਆ ਕਿ ਇੰਡੀਆ ਚਾਈਨਾ ਤੋਂ ਵੀ ਸਰਪਾਸ ਕਰ ਗਿਆ। ਜਿੰਨਾ ਚਾਈਨਾ ਪੈਸਾ ਦੇ ਰਿਹਾ ਸੀਗਾ, ਇੰਡੀਆ ਨੇ ਤੋਂ ਵੱਧ ਪੈਸਾ ਦਿੱਤਾ ਸ਼੍ਰੀਲੰਕਾ ਨੂੰ ਅੱਜ ਦੀ ਡੇਟ ਦੇ ਵਿੱਚ, ਤੇ 600 ਮਿਲੀਅਨ ਵਰਲਡ ਬੈਂਕ ਦੇ ਚੁੱਕਿਆ। ਮਿਸ਼ਨ ਕਰਮਯੋਗੀ, ਮਿਸ਼ਨ ਕਰਮਯੋਗੀ ਪਤਾ ਕੀ ਹੈ? ਜਿਹੜੇ ਸਾਡੇ ਸਿਵਲ ਸਰਵਿਸਿਜ਼ ਦੇ ਵਿੱਚ UPSC ਕਰਕੇ ਕਲੀਅਰ ਕਰਕੇ ਕੈਂਡੀਡੇਟ ਜਾਂਦੇ ਨੇ, ਉਹਨਾਂ ਦੀ ਕਪੈਸਿਟੀ ਬਿਲਡਿੰਗ ਹੈ। ਇੱਕ ਇਹੋ ਜਿਹਾ ਪ੍ਰੋਗਰਾਮ ਹੈ ਕਿ ਉਹਨਾਂ ਦਾ ਮਤਲਬ ਉਹਨਾਂ ਨੇ ਦੇਖੋ DC ਬਣਨਾ, ਕਿਸੇ ਨੇ ਕੁਛ ਬਣਨਾ, ਪੂਰੇ ਨੇਸ਼ਨ ਨੂੰ ਸਾਂਭਣ ਦਾ ਕੰਮ ਤਾਂ ਉਹੀ ਕਰਦੇ ਨੇ, ਸਾਰੀਆਂ ਨੀਤੀਆਂ ਨੂੰ ਇੰਪਲੀਮੈਂਟ ਤਾਂ ਉਹੀ ਕਰਦੇ ਨੇ ਨਾ ਲਾਗੂ। ਫਿਰ ਉਹ ਦੇਸ਼ ਨੂੰ ਚੰਗੀ ਤਰ੍ਹਾਂ ਸਮਝਣ, ਉਹਨਾਂ ਦੀ ਡਿਵੈਲਪਮੈਂਟ ਉਸ ਲੈਵਲ ਤੇ ਹੋਵੇ, ਉਸ ਚੀਜ਼ ਨੂੰ ਦੇਖਦੇ ਹੋਏ ਮਿਸ਼ਨ ਕਰਮਯੋਗੀ ਸਰਕਾਰ ਨੇ ਚਲਾਇਆ ਸੀ। ਇਹਦੇ ਵਾਸਤੇ ਵੀ ਪੈਸਾ ਚਾਹੀਦਾ ਸੀ। 47 ਮਿਲੀਅਨ ਰੁਪਈਆ ਵਰਲਡ ਬੈਂਕ ਤੋਂ ਲਿਆ ਸਰਕਾਰ ਨੇ, ਠੀਕ ਹੈ। ਲਾਸਟ ਦੇ ਵਿੱਚ ਇੱਕ ਸ੍ਰੇਸ਼ਠਾ ਪ੍ਰੋਜੈਕਟ ਹੈ ਗੁਜਰਾਤ ਦੇ ਵਿੱਚ, ਇਸ ਪ੍ਰੋਜੈਕਟ ਦੇ ਲਈ ਵੀ 350 ਮਿਲੀਅਨ ਇਹਨਾਂ ਨੇ ਪ੍ਰੋਵਾਈਡ ਕੀਤਾ। ਤਾਂ ਇਹ ਵਰਲਡ ਬੈਂਕ ਦੇ ਰੀਸੈਂਟ ਇਸ ਸਾਲ ਦੇ ਲੋਨ ਨੇ, ਇਸ ਟਾਈਮ ਦੇ ਵਿੱਚ ਜਿਹੜੇ ਲੋਨ ਇਹਨਾਂ ਨੇ ਪ੍ਰੋਵਾਈਡ ਕੀਤੇ ਨੇ। ਇੰਡੀਆ ਦੇ ਕੰਟੈਕਸਟ ਤੋਂ ਜਾਣਨੇ ਜ਼ਿਆਦਾ ਜ਼ਰੂਰੀ ਨੇ, ਖਾਸ ਕਰ ਪੰਜਾਬ ਵਾਲਾ। ਪੰਜਾਬ ਵਾਲਾ ਕਿੰਨਾ ਸੀ ਤੁਸੀਂ ਦੇਖ ਸਕਦੇ ਹੋ ਕਿ ਲਗਭਗ ਪੰਜਾਬ ਨੂੰ 150 ਮਿਲੀਅਨ ਲੋਨ ਦਿੱਤਾ ਪਬਲਿਕ ਸਰਵਿਸਿਜ਼ ਨੂੰ ਸੁਧਾਰਨ ਕਰਨ ਵਾਸਤੇ। ਅੱਗੇ ਆ ਜਾਓ, ਡਿਫੈਂਸ ਮਿਨਿਸਟਰੀ ਨੇ MOU ਸਾਈਨ ਕੀਤਾ ਬੈਂਕ ਆਫ ਬੜੌਦਾ ਨਾਲ, HDFC ਨਾਲ, ਸਪਰਸ਼ ਸਕੀਮ ਦੇ ਅੰਡਰ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੈ? ਕੁਛ ਨਹੀਂ ਹੈਗਾ, ਜਿੰਨੇ ਪੈਨਸ਼ਨ ਹੈ, ਠੀਕ ਹੈ, ਪੈਨਸ਼ਨਰਸ ਸਾਡੀ ਕੰਟਰੀ ਦੇ ਵਿੱਚ, ਸਪਰਸ਼ ਸਕੀਮ ਪੈਨਸ਼ਨਰਸ ਦੇ ਵਾਸਤੇ ਹੀ ਹੈ। ਇਹਦਾ ਪੂਰੀ ਫੁੱਲ ਫਾਰਮ ਵੀ ਇਹੀ ਹੈ ਸਪਰਸ਼ ਦੀ, ਸਿਸਟਮ ਫॉर ਪੈਨਸ਼ਨ ਐਡਮਿਨਿਸਟ੍ਰੇਸ਼ਨ। ਲਗਭਗ 17 ਲੱਖ ਲੋਕਾਂ ਨੂੰ ਸਰਕਾਰ ਪੈਨਸ਼ਨ ਦਿੰਦੀ ਆ ਅੱਜ ਦੀ ਡੇਟ ਦੇ ਵਿੱਚ। ਹੁਣ ਉਹਨਾਂ ਨੂੰ ਸਾਂਭਣ ਵਾਸਤੇ ਵੀ ਤਾਂ ਇੱਕ ਅਲੱਗ ਤੋਂ ਸਿਸਟਮ ਪੂਰਾ ਚਾਹੀਦਾ। ਤਾਂ ਮਿਨਿਸਟਰੀ ਨੇ ਹੁਣ ਬੈਂਕ ਆਫ ਬੜੌਦਾ ਤੇ HDFC ਨਾਲ ਸਮਝੌਤਾ ਕਰ ਲਿਆ ਵੀ ਤੁਸੀਂ ਸਾਂਭੋ, ਲੋਕਾਂ ਦੇ ਖਾਤਿਆਂ 'ਚ ਪੈਸੇ ਤੁਸੀਂ ਨੇ ਪਾਉਣੇ ਨੇ, ਠੀਕ ਹੈ। ਤਾਂ ਬੈਂਕਾਂ ਦੇ ਨਾਮ ਯਾਦ ਕਰ ਲਿਓ, ਇੰਪੋਰਟੈਂਟ ਨੇ। ਸੇਬੀ ਨੇ ਅਨਵੇਲ ਕੀਤੀ ਹੈ ਡਿਟੇਲ ਫਰੇਮਵਰਕ ਆਫ ਸੋਸ਼ਲ ਸਟਾਕ ਐਕਸਚੇਂਜ। ਸੋਸ਼ਲ ਸਟਾਕ ਐਕਸਚੇਂਜ ਕੀ ਹੁੰਦਾ ਬੇਸਿਕਲੀ? ਦੇਖੋ ਯਾਰ, ਜਿਹੜੇ ਤੁਸੀਂ ਪੈਸਾ ਲਾਉਂਦੇ ਹੋ ਸ਼ੇਅਰ ਮਾਰਕੀਟ ਦੇ ਵਿੱਚ, ਹੁਣ ਸ਼ੇਅਰ ਮਾਰਕੀਟ ਦੇ ਵਿੱਚ ਜੇ ਤੁਹਾਡਾ ਲਾਇਆ ਹੋਇਆ ਪੈਸਾ ਸਿਰਫ ਉਹਨਾਂ ਪ੍ਰੋਜੈਕਟਾਂ ਤੇ ਲਾਇਆ ਜਾਵੇ ਜਿਹੜੇ ਸੋਸ਼ਲ ਪ੍ਰੋਜੈਕਟ ਨੇ, ਜਿਨ੍ਹਾਂ ਦੇ ਵਿੱਚ ਸੁਸਾਇਟੀ ਦੇ ਫਾਇਦੇ ਨੂੰ ਲੈ ਕੇ ਕੋਈ ਪ੍ਰੋਜੈਕਟ ਚਲਾਏ ਗਏ ਹੋਣ, ਕੋਈ ਪੁਲ ਦਾ ਨਿਰਮਾਣ ਹੋ ਰਿਹਾ, ਇਨਫਰਾਸਟ੍ਰਕਚਰ ਦਾ ਪ੍ਰੋਜੈਕਟ ਹੋ ਸਕਦਾ, ਕਿਸੇ ਵੀ ਤਰ੍ਹਾਂ ਦਾ ਪ੍ਰੋਜੈਕਟ ਹੋ ਸਕਦਾ, ਤਾਂ ਉਹ ਸੋਸ਼ਲ ਸਿਕਿਉਰਿਟੀ ਸੋਸ਼ਲ ਸਟਾਕ ਐਕਸਚੇਂਜ ਦੇ ਅੰਡਰ ਲਾਈ ਕਰੂਗਾ, ਉਹਦੇ ਅੰਡਰ ਪਾਵਾਂਗੇ ਆਪਾਂ। ਸੇਬੀ ਨੇ ਇਹਨੂੰ ਹੁਣ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਅਨਵੇਲ ਕਰਤਾ ਦਾ ਮਤਲਬ ਹੁਣ ਤੱਕ ਹੈ ਨਹੀਂ ਸੀ ਸਾਡੇ ਕੋਲ ਇਹ ਸਟਾਕ ਐਕਸਚੇਂਜ। ਪਹਿਲੀ ਵਾਰ ਇਹ ਸਟਾਕ ਐਕਸਚੇਂਜ ਚਲਾਈ ਹੈ ਜਿਹਦੇ ਉੱਤੇ ਮਤਲਬ ਸੋਸ਼ਲ ਪ੍ਰੋਜੈਕਟਸ ਦੇ ਨਾਲ ਰਿਲੇਟਡ ਸ਼ੇਅਰ ਵਿਕਣਗੇ ਤੇ ਤੁਸੀਂ ਉਹਦੇ 'ਚ ਇਨਵੈਸਟ ਕਰ ਸਕਦੇ ਹੋ, ਸ਼ੇਅਰ ਖਰੀਦ ਸਕਦੇ ਹੋ। ਤੇ ਜਿਵੇਂ ਤੁਹਾਨੂੰ ਮੈਂ ਪਿੱਛੇ IPO ਵਾਲਾ ਕਨਸੈਪਟ ਸਮਝਾਇਆ ਹੀ ਆ ਹੁਣੀ, ਹੈ ਨਾ, ਵੀ IPO ਕੀ ਚੀਜ਼ ਹੁੰਦੀ ਹੈ। ਤੇ ਜਿਵੇਂ ਇਹਦਾ ਵੀ ਤੁਹਾਨੂੰ ਰੀਸੈਂਟਲੀ ਮੈਂ ਉਹ ਜਿਹੜਾ ਉਹਦਾ ਫਲਿੱਪਕਾਰਟ ਦਾ ਮਾਲਕ ਸੀ ਹੁਣ IPO ਲੈ ਕੇ ਆ ਰਿਹਾ। ਇਹ ਤੋਂ ਇਲਾਵਾ ਤੁਹਾਨੂੰ ਮੈਂ ਅਡਾਨੀ ਦੀ ਐਗਜ਼ਾਮਪਲ ਵੀ ਦਿੱਤੀ ਹੈ ਕਿ ਅਡਾਨੀ IPO ਲੈ ਕੇ ਆ ਰਿਹਾ ਸੀ, ਹੁਣ ਪਤਾ ਨਹੀਂ ਕਿਤੇ ਮੁੱਕਰੀ ਨਾ ਜਾਵੇ IPO ਆਉਂਦਾ ਜੋ ਹਾਲਾਤ ਬਣੇ ਹੋਏ ਨੇ, ਹੈ ਨਾ। ਤਾਂ ਉਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਇੱਥੇ ਬੇਸਿਕਲੀ ਸਟੈਟਿਕ ਕੁਐਸਚਨ ਬਣਨ ਦੇ ਵੱਧ ਚਾਂਸ ਨੇ, ਨਾ ਕਿ ਇਹ ਸਿੱਧਾ ਕਰੰਟ ਪੁੱਛੇ ਜਾਣ ਦੇ ਚਾਂਸ ਨੇ। ਤੁਹਾਨੂੰ ਸਟੈਟਿਕ ਕੁਐਸਚਨ ਬਣੂਗਾ ਡਾਇਰੈਕਟ ਜੇ ਆਪਾਂ ਇਹਦੇ 'ਚ ਗੱਲ ਕਰੀਏ, ਪਰ ਨਿਕਲ ਕਰੰਟ 'ਚੋਂ ਹੀ ਰਿਹਾ ਸਟੈਟਿਕ ਕੁਐਸਚਨ। ਆ ਜਾਓ ਅੱਗੇ ਚੱਲਦੇ ਹਾਂ ਫਿਰ। ਅਗਲਾ ਸਾਡੇ ਕੋਲ ਜਿਹੜਾ ਬਣਦਾ, ਦੇਖੋ ਇੱਕ ਨਾ UPI ਲਾਈਟ। UPI ਤਾਂ ਤੁਸੀਂ ਸਮਝਦੇ ਹੋ, ਯੂਨੀਫਾਈਡ ਪੇਮੈਂਟ ਇੰਟਰਫੇਸ। ਆ ਤੁਸੀਂ ਕਿੰਨੇ ਹੀ UPI ਪਲੇਟਫਾਰਮ ਦੇ ਉੱਤੇ ਕੋਈ ਗੂਗਲ ਪੇ ਕਰ ਰਿਹਾ, ਕੋਈ ਹਨਾ ਫੋਨ ਪੇ ਕਰ ਰਿਹਾ, ਕੋਈ ਕੁਛ ਕਰ ਰਿਹਾ, ਉਹੀ UPI ਹੈ। ਇਹਨਾਂ ਨੇ ਇੱਕ ਰੀਸੈਂਟ ਦੇ ਵਿੱਚ ਸਕੀਮ ਲੈ ਕੇ ਆਏ ਸੀ UPI ਲਾਈਟ। UPI ਲਾਈਟ ਦੇ ਵਿੱਚ ਕੀ ਸੀਗਾ ਕਿ ਤੁਸੀਂ ਜੇ ਤੁਹਾਡੇ ਕੋਲੇ ਇੰਟਰਨੈਟ ਕਨੈਕਸ਼ਨ ਵੀ ਨਹੀਂ ਹੈਗਾ ਤਾਂ ਵੀ ਛੋਟੀ ਮੋਟੀ ਅਮਾਊਂਟ ਤੁਸੀਂ ਟਰਾਂਸਫਰ ਕਰ ਸਕਦੇ ਹੋ। ਹੁਣ ਜਿਵੇਂ ਕੋਈ ਕੁਲਚਾ ਖਾ ਰਿਹਾ, 25 ਰੁਪਏ ਦੇਣੇ ਨੇ, ਉਧਰੋਂ ਇੰਟਰਨੈਟ ਨਾ ਹੋਵੇ, ਪੈ ਗਿਆ ਪਵਾੜਾ, ਤਾਂ ਅਗਲਾ 25 ਰੁਪਏ ਟਰਾਂਸਫਰ ਕਰ ਸਕੇ, ਐਡੀ ਛੋਟੀ ਮੋਟੀ ਅਮਾਊਂਟ ਟਰਾਂਸਫਰ ਹੋ ਸਕੇ, ਉਹਦੇ ਲਈ UPI ਲਾਈਟ ਲਿਆਂਦਾ ਸੀ।
ਹੁਣ ਇਹਦੀ ਅਪਰ ਲਿਮਿਟ 200 ਰੁਪਈਆ ਰੱਖਤੀ ਕਿ 200 ਰੁਪਏ ਤੱਕ ਤੁਸੀਂ ਭਾਈ ਐਵੇਂ ਦੀ ਟ੍ਰਾਂਜੈਕਸ਼ਨ ਕਰ ਸਕਦੇ ਹੋਗੇ, ਪੈਸੇ ਪੇ ਕਰ ਸਕਦੇ ਹੋਗੇ ਆਫਲਾਈਨ ਮੋਡ ਦੇ ਵਿੱਚ ਵੀ। ਆਨਲਾਈਨ ਹੋ ਫਿਰ ਤਾਂ ਪ੍ਰੋਬਲਮ ਹੀ ਨਹੀਂ, ਫਿਰ ਤਾਂ ਤੁਸੀਂ ਚਾਹੇ ਗੂਗਲ ਪੇ ਵਰਤੋ, ਜੋ ਮਰਜ਼ੀ ਵਰਤੋ, ਹੈ ਨਾ। ਤਾਂ ਇਹ ਇਨੀਸ਼ੀਏਟਿਵ ਇਹਦਾ ਹੀ ਸੀ ਰੁਪੇ ਕ੍ਰੈਡਿਟ ਕਾਰਡ ਦਾ। ਤੈਨੂੰ ਮੈਂ ਦੱਸਿਆ ਕਿ ਵੀਜ਼ਾ ਜਿਵੇਂ ਮਾਸਟਰ ਕਾਰਡ ਦਾ ਜ਼ਿਕਰ ਆਇਆ ਸੀ, ਭਾਰਤ ਦਾ ਉਵੇਂ ਹੀ ਰੁਪੇ ਕਾਰਡ ਹੈ। ਅੱਜ ਕੱਲ੍ਹ ਜਿੰਨੇ ਤੁਹਾਨੂੰ ATM ਮਿਲ ਰਹੇ ਨੇ ਉਹਨਾਂ ਤੇ ਰੁਪੇ ਕਾਰਡ ਲਿਖਿਆ ਹੀ ਮਿਲੂਗਾ, ਕਿਉਂਕਿ ਓਬਵੀਅਸ ਦੀ ਗੱਲ ਆ ਅਸੀਂ ਆਪਦੇ ਦੇਸ਼ ਦੇ ਉਹਨੂੰ ਹੀ ਪ੍ਰਮੋਟ ਕਰਾਂਗੇ। ਹੁਣ ਅਸੀਂ ਵੀਜ਼ਾ ਜਾਂ ਉਹਦੇ ਕਿੰਨੇ ਕੁ ਲਈ ਜਾਈਏ, ਰਾਈਟ। ਤਾਂ ਇਹ ਚੀਜ਼ UPI ਲਾਈਟ ਦੇ ਨਾਲ ਰਿਲੇਟਡ ਹੈ। ਮੈਂ ਉਮੀਦ ਕਰਦਾ ਕਿ ਸਮਝ ਲੱਗ ਗਈ ਹੋਊਗੀ। ਸੋ ਅਗਲੇ ਕੁਐਸਚਨ ਤੇ ਚੱਲਦੇ ਹਾਂ ਜਾਂ ਅਗਲੇ ਟੌਪਿਕ ਤੇ। ਮਿਨਿਸਟਰੀ ਜਿਹੜੀ ਆਯੁਸ਼ ਆ, ਠੀਕ ਹੈ, ਅੱਛਾ ਇਹ ਤਾਂ ਫੇਰ ਆਪਣਾ 1 ਸੈਕਿੰਡ ਹੋਲਡ ਔਨ, ਓਕੇ ਠੀਕ ਹੈ ਜੀ। ਤਾਂ ਇੱਥੇ ਆਪਣਾ ਇਹ ਟੌਪਿਕ ਕਵਰ ਹੁੰਦਾ ਹੈ। ਸੋ ਆਪਣੇ ਕਰੰਟ ਅਫੇਅਰ ਅੱਜ ਦੇ ਇੱਥੋਂ ਤੱਕ ਹੀ ਸੀ। ਇਹ ਤਾਂ ਉਹੀ ਆਪਣੇ ਪੁਰਾਣੇ ਕਰੰਟ ਅਫੇਅਰ ਆ ਗਏ ਜਿਹੜੇ ਆਪਾਂ ਪਹਿਲੇ ਲੈਕਚਰ ਦੇ ਵਿੱਚ ਕਵਰ ਕੀਤੇ ਨੇ ਸਾਰੇ ਦੇ ਸਾਰੇ। ਸੋ ਇੱਥੇ ਆਪਣੇ ਲਗਭਗ ਅੱਧੇ ਕੁ ਕਰੰਟ ਅਫੇਅਰ ਖਤਮ, ਅੱਧੇ ਨਹੀਂ ਮੈਂ 1/3 ਹਿੱਸਾ ਕਹੂੰਗਾ, 1/3 ਹਿੱਸਾ ਲਗਭਗ ਆਪਣਾ ਕਵਰ ਹੁੰਦਾ ਗਾ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 4-5 ਲੈਕਚਰਾਂ ਦੇ ਵਿੱਚ ਆਪਣਾ ਸਾਰਾ ਕਵਰ ਹੋਣਾਗਾ। ਤਾਂ ਇਹ ਅੱਜ ਖਾਸ ਆਪਣਾ ਧਿਆਨ ਸੀਗਾ ਇਕੋਨਮੀ ਦੇ ਕਰੰਟ ਅਫੇਅਰਸ ਤੇ, ਕਿ ਇਕੋਨਮੀ ਦੇ ਵਿੱਚ ਤੁਸੀਂ, ਕਿਉਂਕਿ ਇਕੋਨਮੀ ਨੂੰ ਜ਼ਿਆਦਾਤਰ ਸਟੂਡੈਂਟ ਔਖਾ ਮੰਨਦੇ ਆ, ਹੈ ਨਾ, ਵੀ ਔਖੀ ਹੈ ਇਕੋਨਮੀ ਆਪਣੇ ਆਪ ਦੇ ਵਿੱਚ। ਤਾਂ ਇਕੋਨਮੀ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਟੈਟਿਕ ਟਰਮਾਂ ਵੀ ਜਿੰਨੀਆਂ ਕਲੀਅਰ ਕਰ ਸਕਾਂ ਉਹਨੂੰ ਆਪਾਂ ਕਲੀਅਰ ਕਰਕੇ ਚੱਲੀਏ। ਵੈਸੇ ਵੀ ਆਪਾਂ ਨੇ ਆਪਣਾ ਪੈਟਰਨ ਇਹੋ ਜਿਹਾ ਹੀ ਰੱਖਿਆ ਕਰੰਟ ਅਫੇਅਰ ਦਾ ਕਿ ਆਪਣਾ ਮਕਸਦ ਕਰੰਟ ਦੇ ਨਾਲ ਨਾਲ ਸਟੈਟਿਕ ਨੂੰ ਵੀ ਬਹੁਤ ਰਿਵਾਈਜ਼ ਕਰਨਾ ਗਾ, ਕਿਉਂਕਿ ਅੱਜ ਕੱਲ੍ਹ ਜੋ ਟ੍ਰੈਂਡ ਚੱਲ ਰਿਹਾ ਕਰੰਟ ਦੇ ਨਾਲ ਸਟੈਟਿਕ ਵੀ ਨਾਲ ਲੱਗ ਕੇ ਆਉਂਦਾ ਪੇਪਰਾਂ ਦੇ ਵਿੱਚ। ਕਰੰਟ ਤਾਂ ਅਸੀਂ 1 ਲਾਈਨਰ ਪੜ੍ਹ ਕੇ ਵੀ ਸਾਰ ਲਾਂਗੇ, ਪਰ ਉਹ ਜੇ ਸਟੈਟਿਕ ਵਿੱਚੋਂ ਸਕਿਪ ਕਰ ਦਿੰਦੇ ਆ ਫਿਰ ਮਾਰ ਪੈ ਜਾਂਦੀ ਹੈ। ਸੋ ਆਪਣੀ ਅੱਜ ਦੀ ਡਿਸਕਸ਼ਨ ਇਸ ਲੈਕਚਰ ਦੀ ਇੰਨੀ ਹੀ ਹੈ। ਤੁਸੀਂ ਪੇਸ਼ੈਂਸ ਨਾਲ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।